पग पंकज बंदन, पग पंकज बंदन। सिमरो अंगद दोख निकंदन। अमरदास गुर हृदय ध्यावो, हृदय ध्यावो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह विशाला। तरों तरा पर पुन पुन सीसा, वाहिगुरु पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। चौपाई। श्री हरगोबिंद सुनकर कहियो, गुर घर मह निश्चा जिन लहियो। श्रद्धा धर है शरण को आए, श्री नानक है क्यों न सहाय। श्री हरगोबिंद सुनकर कहियो। सच्चे पातशाह गरीब नवाज दीन दुनिया दे मालिक, चबर छत्र तखत दे मालिक, समर्थ गुरु परतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख जी दा सरगुण स्वरूप, दासां गरीबां सेवकां सबना दी इज्जत रखण वाले, मुकत भुगत जुगत दे दाते। वाहिगुरु अकाल पुरख जी दा स्वरूप। धन 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 श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारियां संगतां दोवें हथ जोड़ के गज के उचारण करो जी। धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी दी पवित्र पावन हाजरी विखे सुभाएमान संगत जी, आप जी सिख संगतां बड़े ही प्यार दे नाल सतगुरु जी दे हजूर चरनां विच बैठ के गुरबाणी जी दा पाठ आप जी ने सरवण कीता है। आओ कुछ समा लड़ीवार कथा दे नाल आपां ने जुड़ना है। धन धन गुरु हरगोबिंद साहिब जी दा जस, सतगुरु जी दी वड्डी वडियाई, गुरु जी दी शोभा भरपूर कथा जिहड़ी है वो तुसां ने आपां सारिआं ने सरवण करनी है।
ਪਿਆਰ ਦੇ ਨਾਲ ਗੱਜ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ 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 ਸਤਿਗੁਰੂ ਜੀ ਅੰਤਰਜਾਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਨੂੰ ਤਾਰਦੇ ਹੋਏ ਗਵਾਲੀਅਰ ਤੋਂ ਦਿੱਲੀ ਪਹੁੰਚੇ ਹਨ ਜੀ। ਮਹਾਰਾਜ ਜੀ ਜਦੋਂ ਦਿੱਲੀ ਪਹੁੰਚੇ ਆ, ਬਾਦਸ਼ਾਹ ਨੂੰ ਵਜ਼ੀਰ ਖਾਨ ਨੇ ਦੱਸਿਆ ਵੀ ਮਹਾਰਾਜ ਦਿੱਲੀ ਆ ਗਏ ਹਨ। ਬਾਦਸ਼ਾਹ ਬਹੁਤ ਜ਼ਿਆਦਾ ਖੁਸ਼ ਹੋਇਆ। ਬਾਦਸ਼ਾਹ ਨੇ ਵਜ਼ੀਰ ਖਾਨ ਦੀ ਡਿਊਟੀ ਲਾਈ ਹੈ, ਛੇਤੀ ਗੁਰੂ ਸਾਹਿਬ ਨੂੰ ਇੱਥੇ ਲੈ ਕੇ ਆ। ਗੁਰੂ ਸਾਹਿਬ ਮਹਾਰਾਜ ਵਜ਼ੀਰ ਖਾਨ ਦੇ ਨਾਲ ਦਿੱਲੀ, ਜਿੱਥੇ ਰਾਜੇ ਦੇ ਮਹਿਲ ਹਨ ਔਰ ਜਿੱਥੇ ਉਹਦੀ ਕਚਹਿਰੀ ਲੱਗਦੀ ਹੈ, ਸੱਚੇ ਪਾਤਸ਼ਾਹ ਉੱਥੇ ਪਹੁੰਚੇ ਹਨ। ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ, ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਸੰਗਤਾਂ ਬਹੁਤ ਜ਼ਿਆਦਾ ਜਸ ਕਰਦੀਆਂ ਹਨ। ਕਈ ਪ੍ਰਕਾਰ ਦੇ ਨਾਲ ਗੁਰੂ ਜੀ ਦੀ ਸੋਭਾ ਵਡਿਆਈ ਕਰਦੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਹਿੰਦੀਆਂ ਨੇ, ਗੁਰੂ ਸਾਹਿਬ ਆਪ ਤੇ ਆਏ ਹੀ ਆਏ ਨੇ 52 ਰਾਜੇ, ਜਿਨ੍ਹਾਂ ਦੇ ਜੀਵਨ ਦੀ ਆਸ ਹੀ ਕੋਈ ਨਹੀਂ ਸੀ ਹੈਗੀ, ਸੱਚੇ ਪਾਤਸ਼ਾਹ ਉਹਨਾਂ ਨੂੰ ਨਾਲ ਲੈ ਕੇ ਆਏ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਦੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਕਚਹਿਰੀ ਲੱਗਣੀ ਹੈ। ਜਹਾਂਗੀਰ ਰਾਜੇ ਨੇ ਬਹੁਤ ਸੋਹਣੀ ਚੰਦਨ ਦੀ ਚੌਂਕੀ, ਚੰਦਨ ਦੀ ਜਿਹੜੀ ਚੌਂਕੀ ਹੈ ਖੁਸ਼ਬੂ ਵਾਲੀ ਹੁੰਦੀ ਹੈ, ਚੰਦਨ ਬਹੁਤ ਮਹਿੰਗੀ ਲੱਕੜ ਹੈ, ਚੰਦਨ ਦੀ ਚੌਂਕੀ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਡਵਾਈ ਜੀ, ਭਾਵ ਚੰਦਨ ਦਾ ਆਸਣ ਦਵਾਇਆ ਜੀ, ਉਹਦੇ ਉੱਤੇ ਵਿਛਾਈ ਕਰਵਾਈ ਜੀ। 2 ਹਾਕਮ ਅੱਗੋਂ ਗੁਰੂ ਸਾਹਿਬ ਨੂੰ ਲੈ ਕੇ ਆਏ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਚੌਂਕੀ ਆਸਣ ਤੇ ਬਿਠਾਇਆ ਗਿਆ। ਬਾਦਸ਼ਾਹ ਨੇ ਸਾਰਿਆਂ ਦੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ ਜੀ, ਸਾਰਿਆਂ ਦੇ ਸਾਹਮਣੇ ਜੀ। ਜਦੋਂ ਬਾਦਸ਼ਾਹ ਨੇ ਮੱਥਾ ਟੇਕਿਆ, ਜਿੰਨੇ ਵੀ ਉਮਰਾਬ ਸਨ, ਵਜ਼ੀਰ ਸਨ, ਵੱਡੇ ਵੱਡੇ ਬਾਦਸ਼ਾਹ ਦੇ ਅਹੁਦੇਦਾਰ ਸਨ, ਸਾਰਿਆਂ ਦੇ ਗੁਰੂ ਜੀ ਨੂੰ ਝੁਕ ਝੁਕ ਕੇ ਸਲਾਮਾਂ ਕੀਤੀਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਹੱਥ ਜੋੜ ਕੇ ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਜੇ ਮੈਂ ਜਿਉਂਦਾ ਹਾਂ, ਤੁਹਾਡੀ ਕਿਰਪਾ ਨਾਲ ਜਿਉਂਦਾ ਹਾਂ, ਮਹਾਰਾਜ ਤੁਸੀਂ ਮੈਨੂੰ ਜੀਵਨ ਦਾਨ ਦਿੱਤਾ ਸੱਚੇ ਪਾਤਸ਼ਾਹ। ਹੁਣ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਬਚਨ ਕਰਦੇ ਆ। ਗੁਰੂ ਘਰ ਦੇ ਬਾਰੇ ਬਹੁਤ ਸ਼ਰਧਾ ਵਾਲੇ ਜਿਹੜੇ ਬਚਨ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਨੇ ਹਨ। ਸੰਗਤ ਜੀ, ਕਥਾ ਸੁਣਨ ਲੱਗਿਆਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਿਓ, ਮਹਾਰਾਜ ਕਿਰਪਾ ਕਰੋ, ਆਪ ਜੀ ਦੇ ਘਰ ਦੇ ਜਿਹੜੇ ਸ਼ਰਧਾ ਵਾਲੇ ਬਚਨ ਹਨ ਉਹ ਸਾਡੇ ਹਿਰਦੇ ਵਿੱਚ ਵਸਣ ਜੀ। ਸ਼ਰਧਾ ਵਾਲੇ ਬਚਨ ਹਿਰਦੇ ਵਿੱਚ ਵਸਣ ਔਰ ਉਹਨਾਂ ਬਚਨਾਂ ਦੀ ਕਮਾਈ ਕਰਕੇ ਅਸੀਂ ਵੀ ਕੁਝ ਪ੍ਰਾਪਤ ਕਰ ਸਕੀਏ। ਸੰਗਤ ਜੀ, ਜੇ ਕੁਝ ਅਸੀਂ ਪ੍ਰਾਪਤ ਕਰ ਸਕਦੇ ਹਾਂ ਨਾ, ਤੇ ਸ਼ਰਧਾ ਵਾਲੀਆਂ ਗੱਲਾਂ 'ਚੋਂ ਪ੍ਰਾਪਤ ਕਰ ਸਕਦੇ ਹਾਂ, ਪ੍ਰੇਮ ਵਾਲੀਆਂ ਗੱਲਾਂ ਵਿੱਚੋਂ ਕੁਝ ਪ੍ਰਾਪਤ ਹੋ ਸਕਦਾ ਹੈ। ਜਿਸ ਤਰ੍ਹਾਂ ਜਿਸ ਕਿਸੇ ਨੇ ਪ੍ਰੇਮ ਕੀਤਾ, ਉਸ ਤਰੀਕੇ ਨਾਲ ਅਸੀਂ ਵੀ ਪ੍ਰੇਮ ਕਰਕੇ ਗੁਰੂ ਜੀ ਦੇ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਦੇ ਹਾਂ। ਆਓ ਹੁਣ ਕਥਾ ਵਿੱਚ ਚਿੱਤ ਜੋੜੋ, ਗੱਜ ਕੇ ਸਾਰੀ ਸੰਗਤ ਆਖੋ, ਧੰਨ 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 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ਼੍ਰੀ ਹਰਗੋਬਿੰਦ ਸੁਨ ਕਰ ਕਹਿਓ, ਗੁਰ ਘਰ ਮਹਿ ਨਿਸ਼ਚਾ ਜਿਨ ਲਹਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਨ ਲੱਗੇ ਹਨ, ਬੜੇ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ, ਬਾਦਸ਼ਾਹ ਜਿਹਦਾ ਵੀ ਗੁਰੂ ਘਰ ਵਿੱਚ ਨਿਸ਼ਚਾ ਹੈ, ਭਰੋਸਾ ਹੈ, ਹਾਂਜੀ, ਸ਼ਰਧਾ ਧਰ ਹੈ ਸ਼ਰਨ ਕੋ ਆਏ, ਤੇ ਸ਼ਰਧਾ ਧਾਰ ਕੇ ਜਿਹੜਾ ਗੁਰੂ ਜੀ ਦੀ ਸੰਗਤ ਵਿੱਚ ਆਏਗਾ, ਸ਼ਰਨ ਵਿੱਚ ਆਏਗਾ, ਸ਼੍ਰੀ ਨਾਨਕ ਹਵੈ ਕਿਉ ਨਾ ਸਹਾਏ। ਗੁਰੂ ਸਾਹਿਬ ਉਹਦੇ ਕਿਉਂ ਨਹੀਂ ਸਹਾਈ ਹੋਣਗੇ ਜੀ। ਹੁਣ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਬੋਲ ਦੇ ਉੱਤੇ ਬੜੇ ਹੀ ਪ੍ਰਮਾਣ ਹਨ, ਬੜੀਆਂ ਹੀ ਉਦਾਹਰਣਾਂ ਹਨ ਜੀ। ਸਤਿਗੁਰੂ ਜੀ ਕਹਿ ਰਹੇ ਹਨ, ਗੁਰੂ ਹਰਗੋਬਿੰਦ ਸਾਹਿਬ ਜੀ,
ਬਾਦਸ਼ਾਹ ਸ਼ਰਧਾ ਧਾਰ ਕੇ ਜਿਹੜਾ ਆਏਗਾ, ਨਿਸ਼ਚਾ ਧਾਰ ਕੇ ਆਏਗਾ ਜੀ। ਅਸੀਂ ਵੀ ਆਉਂਦੇ ਬਹੁਤ ਥਾਵਾਂ ਤੇ, ਬਹੁਤ ਵਾਰ ਆਉਂਦੇ ਆ, ਪਰ ਸੰਗਤ ਜੀ ਬਹੁਤੀ ਵਾਰੀ ਸ਼ਰਧਾ ਨਾਲ ਨਹੀਂ ਆਉਂਦੇ ਜੀ। ਸਤਿਗੁਰੂ ਦੇ ਹਜ਼ੂਰੀ 'ਚ ਬੈਠੇ ਕੋਈ ਡਰ ਭੈ ਹੀ ਨਹੀਂ ਹੈਗਾ, ਕੋਈ ਖਤਰਾ ਹੀ ਨਹੀਂ ਹੈਗਾ ਜੀ। ਭਾਵ ਸਤਿਕਾਰ ਹੀ ਨਹੀਂ ਹੈਗਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ, ਤੇ ਫਿਰ ਆਏ ਨਾ ਆਏ ਇੱਕ ਬਰਾਬਰ ਹੀ ਹੈਗੇ ਆ ਜੀ। ਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਜੀ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਉਹਨਾਂ ਦੀ ਰਾਖੀ ਕਰਦੇ ਆ। ਦਰਬਾਰ ਸਾਹਿਬ ਸਾਇੰਟਿਸਟ ਆਇਆ ਸੀਗਾ ਜੀ। ਹੁਣ ਉਹ ਸਾਇੰਸਦਾਨ ਸੀ, ਸਾਇੰਟਿਸਟ ਸੀ। ਬੜਿਆਂ ਦੇ ਕੋਲੋਂ ਉਹਨੇ ਬੜੀਆਂ ਥਾਵਾਂ ਦਾ ਜ਼ਿਕਰ ਸੁਣਿਆ, ਪਰ ਉਹ ਹਰਿਮੰਦਰ ਸਾਹਿਬ ਆਇਆ ਜੀ। ਇਹਨੂੰ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਹਰਿਮੰਦਰ ਸਾਹਿਬ ਆਇਆ, ਜਿੱਥੇ ਝੰਡਾ ਬੁੰਗਾ ਅਸਥਾਨ ਹੈ ਹਰਿਮੰਦਰ ਸਾਹਿਬ, ਉੱਥੇ ਸੰਗਤ ਦੀ ਅਖੰਡ ਪਾਠ ਸਾਹਿਬ ਆਰੰਭ ਹੋਏ ਜੀ। ਔਰ ਉਹ ਰੋਗ ਕਿਹੜਾ ਜੀ? ਉਹਨੂੰ ਕੈਂਸਰ ਦਾ ਜੀ। ਉਹ ਰੋਗ ਜਿਹੜਾ ਮਤਲਬ ਕਿ ਬੰਦੇ ਨੂੰ ਲੈ ਕੇ ਹੀ ਨਾਲ ਜਾਂਦਾ ਜੀ। ਕੈਂਸਰ ਦਾ ਰੋਗ ਹੈ। ਪਰਿਵਾਰ ਉਹਦਾ ਨਾਲ ਆਇਆ ਜੀ। ਪਹਿਲੇ ਦਿਨ ਅਖੰਡ ਪਾਠ ਸਾਹਿਬ ਹੋਇਆ ਤੇ ਉਹਦਾ ਫੁਰਨਾ ਵੀ ਮੈਂ ਇਹ ਅਖੰਡ ਪਾਠ ਸਾਹਿਬ ਬੈਠ ਕੇ ਸੁਣਨਾ, ਲੰਮੇ ਪਾ ਦਿੱਤਾ ਉਹਨੂੰ ਲਾਗੇ ਜੀ। ਬਹਿ ਵੀ ਨਹੀਂ ਸੀ ਸਕਦਾ ਜੀ, ਕੈਂਸਰ ਸੀ ਔਰ ਲਾਸਟ ਸਟੇਜ ਸੀਗੀ ਜੀ। ਕਈ ਕੈਂਸਰ ਵਾਲੇ ਐਸੇ ਵੀ ਹਨ ਜਿਹੜੇ ਕਹਿੰਦੇ ਨੇ ਵੀ ਪਹਿਲੀ ਸਟੇਜ ਹੋਵੇ ਅਸੀਂ ਬਚਾ ਸਕਦੇ ਹਾਂ, ਪਰ ਲਾਸਟ ਸਟੇਜ ਤੇ ਸਾਰਿਆਂ ਦੇ ਹੱਥ ਖੜੇ ਹੋ ਜਾਂਦੇ ਜੀ। ਲਾਸਟ ਸਟੇਜ ਦੀ ਕੈਂਸਰ ਹੈ। ਸਤਿਗੁਰੂ ਜੀ ਦੀ ਬਾਣੀ ਦਾ ਪਾਠ ਸੁਣ ਰਿਹਾ ਜੀ। ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਆਇਆ ਜੀ। ਤੇ ਪਿਆਰਿਓ, ਸਾਡੀ ਸ਼ਰਧਾ ਹੀ ਨਹੀਂ ਵੱਜਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਲਾਈਟ ਨਿਕਲੀ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲਾਈਟ ਨਿਕਲੀ ਜੀ। ਉਹ ਲਾਈਟ ਉਹਦੇ ਤੇ ਪਈ ਜੀ। ਉੱਠ ਕੇ ਬੈਠ ਗਿਆ, ਸਰੀਰ ਠੀਕ ਹੋਣ ਲੱਗਾ ਜੀ। ਭੋਗ ਪੈਣ ਤੱਕ ਬਿਲਕੁਲ ਹੀ ਰਾਜੀ ਹੋ ਗਿਆ ਜੀ। ਔਰ ਡਾਕਟਰਾਂ ਨੇ ਰਿਪੋਰਟਾਂ ਚੈੱਕ ਕੀਤੀਆਂ, ਉਹ ਹੈਰਾਨ ਸਨ ਵੀ ਇਲਾਜ ਕਿਹਦੇ ਕੋਲੋਂ ਕਰਾ ਕੇ ਆਏ ਹੋ, ਤੁਸੀਂ ਠੀਕ ਕਿਵੇਂ ਹੋ ਗਏ? ਔਰ ਉਹ ਆਮ ਬੰਦਾ ਨਹੀਂ ਸੀਗਾ, ਬੜਾ ਵੱਡਾ ਸਾਇੰਸਦਾਨ ਸੀਗਾ ਜੀ। ਹੁਣ ਗੱਲ ਕੀ ਜੀ? ਸ਼ਰਧਾ ਧਾਰ ਕੇ ਸ਼ਰਨ ਆਉਣ ਦੀ ਗੱਲ ਹੈ। ਗੁਰੂ ਘਰ ਤੇ ਅੱਜ ਵੀ ਉਹੀ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਬਚਨ ਹੈ, ਇਹ ਕੋਈ ਇਕੱਲਾ ਜਹਾਂਗੀਰ ਵਾਸਤੇ ਜਾਂ ਰਾਜਿਆਂ ਵਾਸਤੇ ਥੋੜ੍ਹੀ ਹੈ ਜੀ। ਇਹ ਸਾਡੇ ਵਾਸਤੇ ਵੀ ਹੈ, ਸਾਡੇ ਵਾਸਤੇ ਵੀ ਹੈ। ਮਹਾਰਾਜ ਕਹਿੰਦੇ ਜਿਹੜਾ ਸ਼ਰਧਾ ਧਾਰ ਕੇ ਸ਼ਰਨ ਵਿੱਚ ਆਏਗਾ, ਗੁਰੂ ਨਾਨਕ ਸਾਹਿਬ ਉਹਦੀ ਕਿਉਂ ਨਹੀਂ ਸਹਾਇਤਾ ਕਰਨਗੇ। ਸੰਗਤ ਜੀ, ਇੱਕ ਕੇਸ ਨਹੀਂ, ਬਹੁਤ ਸਾਰੇ ਐਸੇ ਕੇਸ ਨੇ, ਲਾ ਇਲਾਜ ਬਿਮਾਰੀਆਂ, ਜਿੱਦਾਂ ਦੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ, ਇਹ ਰੋਗ ਸਹੀ ਨਹੀਂ ਹੋ ਸਕਦੇ। ਸ਼ਰਧਾ ਧਾਰ ਕੇ ਗੁਰੂ ਘਰ ਦੀ ਸ਼ਰਨ 'ਚ ਆਏ, ਗੁਰੂ ਨਾਨਕ ਸਾਹਿਬ ਨੇ ਰਾਖੀ ਕਰਕੇ ਬਿਲਕੁਲ ਹੀ ਰਾਜੀ ਕਰ ਦਿੱਤੇ ਜੀ। ਸ਼ਰਧਾ ਨਹੀਂ ਰੱਖੀ ਜਾਂਦੀ। ਹਾਂਜੀ। ਸਤਿਗੁਰ ਘਰ ਸੋ ਮੇਲ ਜੋ ਆਹ, ਬੜੇ ਤੁਮਹਾਰੇ ਰਾਖਤ ਰਹੇ। ਬਾਕੀ ਸੱਚੇ ਪਾਤਸ਼ਾਹ ਉਹਨੂੰ ਕਹਿਣ ਲੱਗੇ, ਜਹਾਂਗੀਰ ਨੂੰ। ਮਹਾਰਾਜ ਕਹਿੰਦੇ ਜਹਾਂਗੀਰ, ਗੁਰੂ ਘਰ ਨਾਲ ਜਿਹੜਾ ਤੁਹਾਡਾ ਮੇਲ ਹੈ ਨਾ, ਤੁਹਾਡੇ ਵੱਡਿਆਂ ਤੋਂ ਹੀ ਹੈ। ਕਹਿਣ ਲੱਗੇ ਬਾਬਰ, ਅਕਬਰ, ਇਹ ਵੱਡਿਆਂ ਤੋਂ ਹੀ ਤੁਹਾਡਾ ਮੇਲ ਹੈ ਗੁਰੂ ਘਰ ਨਾਲ। ਕਰ ਪ੍ਰਸੰਨ ਬਰ ਲੇਤ ਭਲੇਰੇ। ਗੁਰੂ ਘਰ ਨੂੰ ਖੁਸ਼ ਕਰਕੇ ਤੇ ਵੱਡੇ ਵੱਡੇ ਵਰ ਲਏ ਨੇ ਤੁਹਾਡੇ ਪਰਿਵਾਰ ਵਾਲਿਆਂ ਨੇ। ਹਾਂਜੀ। ਗੁਰ ਵਰ ਤੇ ਸੁਖ ਲਹੇ ਕਨੇਰੇ। ਤੇ ਗੁਰੂ ਜੀ ਦੇ ਵਰ ਦੇ ਨਾਲ ਬੜੇ ਸੁੱਖ ਮਿਲੇ ਨੇ ਤੁਹਾਡੇ ਵੱਡੇ ਵਡੇਰਿਆਂ ਨੂੰ। ਹਾਂਜੀ। ਜਥਾ ਮੁਕਰ ਨਿਰਮਲ ਅਤ ਹੋਵੈ, ਜਸ ਮੁਖ ਕਰ ਤਿਸ ਤਿਸ ਮੈਂ ਜੋਵੈ। ਆਖੋ ਸਾਰੇ ਸ੍ਰੀ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਕਹਿਣ ਲੱਗੇ, ਜਿਵੇਂ ਸ਼ੀਸ਼ਾ ਹੁੰਦਾ ਨਾ, ਸ਼ੀਸ਼ਾ
ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਹਾਂਗੀਰ ਸ਼ੀਸ਼ੇ ਦੇ ਵਿੱਚ ਜਿਹੋ ਜਿਹਾ ਕੋਈ ਮੁਖੜਾ ਲੈ ਕੇ ਆਏਗਾ ਉਹੋ ਜਿਹਾ ਹੀ ਮੁਖੜਾ ਵਿਖੇਗਾ ਜੀ। ਸ਼ੀਸ਼ੇ ਵਿੱਚ ਮੁਖ ਕਿਸੇ ਦਾ ਕਾਲਾ ਤੇ ਕਾਲਾ ਹੀ ਨਜ਼ਰ ਆਉਣਾ ਜੀ, ਸ਼ੀਸ਼ੇ 'ਚ ਕਾਲਾ ਹੀ ਨਜ਼ਰ ਆਉਣਾ ਜੀ। ਮਹਾਰਾਜ ਕਹਿੰਦੇ ਗੁਰੂ ਘਰ ਤੇ ਸ਼ੀਸ਼ਾ ਹੈ, ਸ਼ੀਸ਼ਾ। ਸੰਗਤ ਜੀ ਇੱਥੇ ਸ਼ਰਧਾ ਨਾ ਆਓ ਸ਼ਰਧਾ ਵਾਲੇ ਫਲ ਮਿਲ ਜਾਂਦੇ ਨੇ। ਜਿਹੜਾ ਚੜ ਕੇ ਆਉਂਦਾ, ਤੁਸੀਂ ਸੁਲਹੀ ਦੇ ਬਾਰੇ ਸੁਣਿਆ ਹੀ ਹੈ ਜੀ। ਹਾਂ, ਕੇਸਰ ਮਲਾਗੀਰ ਜਿਨ ਲਾਇਓ, ਰੰਗ ਸੁਗੰਧਤ ਤਥਾ ਦਿਖਾਇਓ। ਕੱਢ ਕੇ ਆਖੋ। ਮਹਾਰਾਜ ਕਹਿੰਦੇ ਜਿਹਨੇ ਕੇਸਰ ਲਾਇਆ ਹੋਵੇਗਾ, ਅਤਰ ਲਾਇਆ ਹੋਏਗਾ, ਉਹਨੂੰ ਕੇਸਰ ਵਾਲਾ ਹੀ ਰੰਗ ਚੜਨਾ ਤੇ ਅਤਰ ਵਾਲੀ ਖੁਸ਼ਬੂ ਆਉਣੀ ਹੈ ਜੀ। ਹਾਂਜੀ। ਜੇ ਕਾਰਸ ਕੋ ਲਾਏ ਵਿਸ਼ੇਖੈ, ਤੇ ਜੇ ਕੋਈ ਮੁਖ ਤੇ ਕਾਲੋਂ ਲਾ ਕੇ ਸ਼ੀਸ਼ੇ ਦੇ ਸਾਹਮਣੇ ਜਾਏਗਾ, ਕਾਰੋ ਬਨਿਓ ਕਰੂਪ ਸੋ ਦੇਖੈ। ਤੇ ਕਾਲਾ ਬਣ ਜਾਏਗਾ ਤੇ ਸ਼ੀਸ਼ੇ ਦੇ ਸਾਹਮਣੇ ਜਾਏਗਾ, ਤੁਹਾਨੂੰ ਗੋਰਾ ਨਹੀਂ ਵਿਖਣਾ ਜੀ, ਉਹਨੂੰ ਕਾਲਾ ਹੀ ਵਿਖਣਾ ਜੀ। ਮਹਾਰਾਜ ਕਹਿੰਦੇ ਬਾਦਸ਼ਾਹ ਗੁਰੂ ਘਰ ਸ਼ੀਸ਼ੇ ਦੀ ਨਿਆਈ ਹੈ। ਇੱਕ ਪ੍ਰਮਾਣ ਨਹੀਂ ਸੰਗਤ ਜੀ, ਗੁਰੂ ਘਰ ਵਿੱਚ ਉਹ ਬਖਸ਼ਿਸ਼ਾਂ ਨੇ ਜਿਹੜੀਆਂ ਹੀ ਸੋਚੀਆਂ ਵੀ ਨਹੀਂ ਹੁੰਦੀਆਂ ਜੀ। ਗੁਰੂ ਘਰ ਦੇ ਵਿੱਚ ਉਹ ਬਖਸ਼ਿਸ਼ਾਂ ਵਰਤਦੀਆਂ ਨੇ। ਹਾਂਜੀ। ਤਿਮ ਸਤਿਗੁਰ ਕੇ ਮਿਲਨ ਮਝਾਰੇ, ਖੋਟੀ ਭਲੀ ਭਾਵਨਾ ਧਾਰੇ। ਜਿਵੇਂ ਸ਼ੀਸ਼ੇ ਦੇ ਸਾਹਮਣੇ ਜਿਸ ਤਰ੍ਹਾਂ ਦਾ ਮੁਖ ਖੜੋ ਉਹੋ ਜਿਹਾ ਹੀ ਮੁਖ ਵਿਖਦਾ ਹੈ। ਮਹਾਰਾਜ ਕਹਿਣ ਲੱਗੇ ਗੁਰੂ ਸਾਹਿਬ ਨੂੰ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਮਿਲੋਗੇ ਉਹੋ ਜਿਹਾ ਫਲ ਮਿਲੇਗਾ। ਗੱਜ ਕੇ ਆਖੋ ਵਾਹਿਗੁਰੂ। ਜਿਨ੍ਹਾਂ ਨੂੰ ਚੰਗੇ ਫਲ ਮਿਲੇ, ਕਿੰਨਿਆਂ ਦੀ ਕਥਾ ਤੁਸੀਂ ਸੁਣਦੇ ਜੀ ਹੁਣ ਤੱਕ ਜੀ। ਬੜੇ ਬੜੇ ਵਧੀਆ ਫਲ ਮਿਲੇ ਜੀ। ਉਹ ਤੁਸੀਂ ਸੁਣਿਆ ਨਾ, ਜਦੋਂ ਮਹਾਰਾਜ ਆਗਰੇ ਗਏ ਤੇ ਘਾਈ ਸੀਗਾ ਜੀ, ਉਹ ਟਕਾ ਰੱਖ ਕੇ ਕਹਿੰਦਾ ਮਹਾਰਾਜ ਜਨਮ ਮਰਨ ਕੱਟ ਦਿਓ। ਮਹਾਰਾਜ ਕਹਿੰਦੇ ਤੇਰਾ ਨਹੀਂ, ਤੇਰੇ ਪਰਿਵਾਰ ਦਾ ਵੀ ਕੱਟਿਆ। ਤੇ ਜੇ ਕੋਈ ਚੜ ਕੇ ਆਇਆ ਤੇ ਆ ਤੇਗ ਵੀ ਅੱਗੇ ਹੀ ਰੱਖੀ ਹੈ। ਹਾਂਜੀ। ਤੇ ਸੋ ਫਲ ਅਵਲੋਕੈ ਸੋਏ, ਫਲ ਕੋ ਭੁਗਤੈ ਲੋਕਨ ਦੋਏ। ਫਿਰ ਹੋਰ ਵੱਡੀ ਗੱਲ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਘਰ ਦੇ ਵਿੱਚ ਜਿਹੋ ਜਿਹਾ ਕੋਈ ਫਲ ਲੈ, ਵਾਹਿਗੁਰੂ ਇੱਛਾ ਲੈ ਕੇ ਆਉਂਦਾ ਉਹੋ ਜਿਹਾ ਫਲ ਮਿਲਦਾ, ਤੇ ਫਲ ਵੀ ਦੋਵਾਂ ਲੋਕਾਂ ਵਾਸਤੇ ਮਿਲਦਾ ਹੈ ਜੀ। ਸ਼ਰਧਾ ਧਾਰ ਕੇ ਆਓਗੇ, ਇਸ ਲੋਕ 'ਚ ਹੀ ਨਹੀਂ ਸੁੱਖ ਮਿਲਣਗੇ, ਪਰਲੋਕ ਵਿੱਚ ਵੀ ਮਿਲਣਗੇ ਜੀ। ਤੇ ਸੰਗਤ ਜੀ, ਜੇ ਵਜ਼ੀਰ ਖਾਂ ਵਰਗੇ ਉਹ ਵਜੀਦੇ ਜਿਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜੀ, ਉਹਦੇ ਵਰਗੇ ਆਏ ਤੇ ਇਸ ਲੋਕ ਵਿੱਚ ਵੀ ਦੁਖੀ ਹੋ ਕੇ ਮਰੇ ਤੇ ਪਰਲੋਕ 'ਚ ਵੀ ਦੁਖੀ ਹੋ ਕੇ ਮਰੇ ਜੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੋਤਰੇ ਹੋਏ ਨੇ, ਇੱਕ ਬਾਬਾ ਫਤਿਹ ਸਿੰਘ ਜੀ, ਵਾਹਿਗੁਰੂ ਉਹਨਾਂ ਦੇ ਪਰਿਵਾਰ 'ਚ ਹੋਏ ਹੈ। ਇੱਕ ਬਾਬਾ ਫਤਿਹ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਹੋਏ ਹੈ। ਇੱਕ ਭਾਈ ਫਤਿਹ ਸਿੰਘ ਹੋਏ ਹੈ। ਭਾਈ ਫਤਿਹ ਸਿੰਘ ਜੀ ਨੇ ਵਜੀਦ ਖਾਨ ਦਾ ਜਿਹੜਾ ਸਿਰ ਸੀਗਾ ਉਹ ਵੱਢਿਆ ਸੀਗਾ ਜੀ। ਇਸ ਕਰਕੇ ਜਿਹੋ ਜਿਹਾ ਕੋਈ ਫਲ, ਫਿਰ ਕੱਲਾ ਵਜੀਦ ਖਾਨ ਇੱਥੇ ਥੋੜੀ ਦੁਖੀ ਹੋ ਕੇ ਮਰਿਆ ਜੀ, ਪਰਲੋਕ 'ਚ ਵੀ ਦੁਖੀ ਹੈ ਜੀ। ਉਹ ਪਰਲੋਕ 'ਚ ਵੀ ਦੁਖੀ ਹੈ। ਤੇ ਗੁਰੂ ਘਰ ਤੇ ਜਿਨ੍ਹਾਂ ਨੇ ਸ਼ਰਧਾ ਰੱਖੀ ਉਹ ਇਸ ਲੋਕ ਵਿੱਚ ਵੀ ਸੁਖੀ ਤੇ ਉਹ ਪਰਲੋਕ 'ਚ ਵੀ ਸੁਖੀ ਜੀ। ਨਿੱਕੀ ਜੀ ਘਟਨਾ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਆ ਰਿਹਾ ਹੈ। ਕੱਢ ਕੇ ਆਖੋ ਵਾਹਿਗੁਰੂ। ਸ਼ਾਇਦ ਮੈਂ ਪਿੱਛੇ ਜੇ ਵੀ ਉਹ ਸੁਣਾਈ ਸੀ ਤੁਹਾਨੂੰ, ਦੇਸ ਰਾਜ ਮਿਸਤਰੀ ਦੀ ਕਥਾ ਜੀ। ਬਾਬਾ ਸ਼ਾਮ ਸਿੰਘ ਜੀ ਨੇ ਉਹ ਕਥਾ ਲਿਖੀ, ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ, ਜਿਨ੍ਹਾਂ ਨੇ 70 ਸਾਲ ਲਗਾਤਾਰ ਹਰਿਮੰਦਰ ਸਾਹਿਬ 'ਚ 3 ਪਹਿਰੇ ਦਾ ਕੀਰਤਨ ਕੀਤਾ, ਇੱਕ ਵੀ ਨਾਗਾ ਨਹੀਂ ਜੀ। ਉਹਨਾਂ ਕਥਾ ਲਿਖੀ ਦੇਸ ਰਾਜ ਮਿਸਤਰੀ ਦੀ। ਕਹਿੰਦੇ ਫੱਗਣ ਦਾ ਮਹੀਨਾ ਜੀ, ਤੇ ਕੀਰਤਨ ਹੋ ਰਿਹਾ ਜੀ। ਦੇਸ ਰਾਜ ਹਿੰਦੂ ਵੀਰ ਸੀ, ਉਹ ਆਇਆ ਗੁਰੂ ਘਰ, ਕੀਰਤਨ ਹੋ ਰਿਹਾ ਸੀ, ਬਸ ਉਹਨੂੰ ਕੀਰਤਨ 'ਚ ਆਨੰਦ ਮਿਲ ਗਿਆ।
ਘਰ ਵਾਲੀ ਕੋਲ ਗਿਆ, ਬੜਾ ਵੱਡਾ ਅਮੀਰ ਬੰਦਾ ਸੀਗਾ ਜੀ, ਭਾਈ ਦੇਸ ਰਾਜ ਨਾਮ ਜੀ ਉਹਦਾ। ਵਾਹਿਗੁਰੂ, ਮਿਸਤਰੀ ਹੋਰ ਸੀ, ਉਹ ਇਕੱਲਾ ਹੀ ਭਾਈ ਦੇਸ ਰਾਜ ਸੀ। ਘਰ ਵਾਲੀ ਨੂੰ ਕਹਿਣ ਲੱਗਾ, ਜਿੰਨੀ ਮਾਇਆ ਤੂੰ ਰੱਖਣੀ ਹੈ ਨਾ ਰੱਖ ਲੈ, ਬਾਕੀ ਸਾਰੀ ਮੈਂ ਦਾਨ ਕਰ ਦੇਣੀ ਹੈ। ਆਖੋ ਵਾਹਿਗੁਰੂ। ਉਹ ਸੋਚਦੀ ਵੀ ਕਿਤੇ 4 ਧਾਮ ਦੀ ਯਾਤਰਾ ਤੇ ਜਾਣਾ ਹੋਏਗਾ। ਕਹਿੰਦੀ ਕਿਹੜੀ ਯਾਤਰਾ ਤੇ ਜਾਣਾ, ਕਿੱਥੇ ਦੇਣੀ ਸਾਰੀ ਮਾਇਆ। ਉਹ ਕਹਿਣ ਲੱਗਾ, ਜਿਨ੍ਹਾਂ ਦੀ ਮਾਇਆ ਨਾ ਮੈਂ ਉਹਨਾਂ ਨੂੰ ਹੀ ਦੇ ਦੇਣੀ ਹੈ। ਮੈਨੂੰ ਪਰਮੇਸ਼ਰ ਲੱਭ ਕੇ, ਕਹਿਣ ਲੱਗਾ। ਪੁੱਛਿਆ, ਕਿਹੜੇ ਪਰਮੇਸ਼ਰ ਲੱਭ ਕੇ ਤੁਹਾਨੂੰ? ਤੇ ਕਹਿਣ ਲੱਗਾ, ਗੁਰੂ ਰਾਮਦਾਸ ਜੀ ਲੱਭ ਗਏ ਨੇ। ਉਹਨਾਂ ਦੀ ਸੰਤਾਨ ਨਹੀਂ ਸੀ ਕੋਈ ਜੀ, ਬੜਾ ਵੱਡਾ ਕਾਰੋਬਾਰ ਸੀ। ਘਰ ਵਾਲੀ ਬੜੀ ਭਾਗਾਂ ਵਾਲੀ ਜੀ, ਉਹ ਲੜੀ ਨਹੀਂ ਜੀ। ਘਰ ਵਾਲੀ ਕਹਿੰਦੀ, ਜੇ ਤੁਹਾਨੂੰ ਲੱਭ ਗਏ ਆ ਤੇ ਫਿਰ ਮੇਰੇ ਵੀ ਤੇ ਉਹੀ ਨੇ, ਮੈਂ ਵੀ ਕੁਛ ਨਹੀਂ ਰੱਖਣਾ, ਕੁਛ ਨਹੀਂ ਰੱਖਣਾ। ਪਿਆਰਿਓ, ਜਿੰਨੇ ਉਹਦੇ ਮਕਾਨ ਸੀਗੇ, ਜਿੰਨਾ ਕਾਰੋਬਾਰ ਸੀਗਾ, ਸਾਰਾ ਹੀ ਉਹਨੇ ਵੇਚ ਵੱਟ ਕੇ ਮਾਇਆ ਦਾ ਢੇਰ ਲਾ ਦਿੱਤਾ ਜੀ। ਤੇ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਇੱਟਾਂ ਲਵਾਈਆਂ ਜੀ ਉਹਨੇ ਜੀ। ਆ ਸੰਗਮਰਮਰ ਤੇ ਬਾਅਦ 'ਚ ਲੱਗੇ ਨਾ ਜੀ, ਇੱਟਾਂ ਲਵਾਈਆਂ ਉਹਨੇ, ਇੱਟਾਂ ਉਹਦੀਆਂ ਲਵਾਈਆਂ ਇੱਟਾਂ ਹੁਣ ਵੀ ਸੰਗਮਰਮਰ ਦੇ ਹੇਠਾਂ ਹੈਗੀਆਂ ਨੇ ਜੀ। ਉਹਨੇ ਇੱਟਾਂ ਲਵਾਈਆਂ, ਮਿਸਤਰੀ ਲਵਾਏ ਜੀ। ਸਾਰੀ ਪਰਿਕਰਮਾ 'ਚ ਇੱਟਾਂ ਲਵਾਈਆਂ ਜੀ। ਤੇ ਮਿਸਤਰੀਆਂ ਦਾ ਪ੍ਰਸ਼ਾਦਾ ਜਿਹੜਾ ਸੀ ਨਾ ਜੀ, ਉਹ ਘਰੋਂ ਜਾਂਦਾ ਹੁੰਦਾ ਸੀਗਾ ਜੀ, ਉਹਦੇ ਘਰੋਂ ਜਾਣਾ ਜੀ। ਤੇ ਘਰ ਦੀ ਰਸੋਈ ਜਿਹੜੀ ਸੀ ਨਾ ਜੀ, ਉਹ ਚੋਣ ਲੱਗ ਪਈ। ਘਰ ਵਾਲੀ ਕਹਿੰਦੀ, ਸਵਾਮੀ ਜੀ ਪ੍ਰਸ਼ਾਦਾ ਕਹਾਂ ਬਣਾऊं? ਕਿਉਂ? ਕਹਿੰਦਾ ਕਿਉਂ? ਕਹਿਣ ਲੱਗੀ, ਰਸੋਈ ਚਾਹੁੰਦੀ ਹੈ, ਥੋੜੇ ਪੈਸੇ ਦਿਓ, ਮੈਂ ਰਸੋਈ ਨੂੰ ਲਵਾ ਲਵਾਂ, ਰਸੋਈ ਬਣਵਾ ਲਵਾਂ। ਤੇ ਜਿਨ੍ਹਾਂ ਦੀ ਗੁਰੂ ਘਰ ਤੇ ਸ਼ਰਧਾ, ਉਹ ਕਹਿਣ ਲੱਗਾ, ਸੁਣ, ਜਿੰਨੀ ਮਾਇਆ ਸੀ ਨਾ ਸਾਰੀ ਗੁਰੂ ਰਾਮਦਾਸ ਜੀ ਦੇ ਨਾਮ ਹੈਗੀ, ਮੇਰੀ ਨਹੀਂ ਹੈਗੀ। ਕਹਿਣ ਲੱਗਾ, ਤੂੰ ਇੱਕ ਕੰਮ ਕਰ, ਜੇ ਤੂੰ ਰਸੋਈ ਬਣਵਾਉਣੀ ਹੈ ਨਾ ਤੇ ਤੂੰ ਮਿਸਤਰੀਆਂ ਦੇ ਨਾਲ ਮਜ਼ਦੂਰੀ ਕਰ ਲੈ, ਮੈਂ ਮਜ਼ਦੂਰਾਂ ਨੂੰ ਵੀ ਪੈਸੇ ਦੇਣਾ, ਮਜ਼ਦੂਰੀ ਕਰਕੇ ਪੈਸੇ ਲੈ ਲਾ ਤੇ ਰਸੋਈ ਬਣਵਾ ਲੈ, ਮਾਇਆ ਨਹੀਂ ਤੈਨੂੰ ਮਿਲਣੀ। ਸਾਰੀ ਸੇਵਾ ਕਰਾਈ ਜੀ ਉਹਨੇ ਜੀ, ਬੜੇ ਸ਼ਰਧਾ ਗੁਰੂ ਰਾਮਦਾਸ ਜੀ ਦੇ ਘਰ ਤੇ ਮੋਨਾ ਬੰਦਾ, ਹਿੰਦੂ ਬੰਦਾ ਜੀ। ਤੇ ਜਦੋਂ ਜਾਣ ਲੱਗਾ ਨਾ, ਸਰੀਰ ਤਿਆਗਣ ਲੱਗਾ, ਲੰਮੇ ਪਿਆ ਸੀ, ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, ਭਾਗਵਾਨੇ ਉਹ ਵੇਖ, ਗੁਰੂ ਰਾਮਦਾਸ ਜੀ ਮੈਨੂੰ ਆਪ ਲੈਣ ਵਾਸਤੇ ਆਏ। ਕਹਿਣ ਲੱਗਾ, ਆਖੋ ਵਾਹਿਗੁਰੂ। ਸਭ ਕੁਝ ਵੇਚ ਵੱਟ ਦਿੱਤਾ, ਸਭ ਕੁਝ ਹੀ। ਤੇ ਜਿੰਨੇ ਮਾਇਆ ਮਿਲੀ ਉਹਦੀ ਦਰਬਾਰ ਸਾਹਿਬ ਪਰਿਕਰਮਾ 'ਚ ਇੱਟਾਂ ਲਵਾ ਦਿੱਤੀਆਂ। ਕਿੰਨੀ ਵੱਡੀ ਸੇਵਾ ਜੀ ਉਹਦੀ ਜੀ, ਕਿੰਨੀ ਵੱਡੀ ਜੀ। ਤੇ ਤੁਸੀਂ ਹਿਸਾਬ ਲਾਓ, ਉਹਨੂੰ ਅੰਦਰ ਦਾ ਸੁੱਖ ਮਿਲਿਆ, ਇਸ ਲੋਕ 'ਚੋਂ ਸੁਖੀ ਰਿਹਾ ਜੀ। ਤੇ ਜਿਹੜਾ ਇਹ ਕਹਿ ਰਿਹਾ ਵੀ ਭਾਗਵਾਨੇ ਮੈਨੂੰ ਗੁਰੂ ਰਾਮਦਾਸ ਜੀ ਲੈਣ ਆਏ ਨੇ ਆਪ, ਤੁਸੀਂ ਸੋਚੋ ਪਰਲੋਕ 'ਚ ਤੇ ਉਹਨੂੰ ਸੁੱਖ ਮਿਲਣਾ ਹੀ ਮਿਲਣਾ ਹੈ ਜੀ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਨੇ, ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ, ਜਹਾਂਗੀਰ ਜਿਹੋ ਜੀ ਕੋਈ ਭਾਵਨਾ ਰੱਖਦਾ ਹੈ ਨਾ, ਉਹਦਾ ਫਲ ਦੋਵਾਂ ਲੋਕਾਂ 'ਚ ਹੀ ਮਿਲਦਾ ਹੈ ਜੀ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਖੋਟੀ ਘਰ ਸਿਰ ਧੁਨ ਪਛਤਾਵੇ। ਜਿਹੜੇ ਖੋਟਾ ਕੰਮ ਕਰਦੇ, ਗੁਰੂ ਘਰ ਤੇ ਖੋਟੀ ਭਾਵਨਾ ਰੱਖਦੇ, ਸਿਰ ਫੜ ਫੜ ਕੇ ਪਛਤਾਉਂਦੇ ਆ ਫਿਰ ਉਹ। ਭਲੀ ਕਰੈ ਸੁਖ ਕੋ ਨਿਤ ਪਾਵੇ। ਤੇ ਜਿਹੜੇ ਭਲੀ ਭਾਵਨਾ ਰੱਖਦੇ ਆ, ਚੰਗੀ ਭਾਵਨਾ ਰੱਖਦੇ ਆ, ਸ਼ਰਧਾ ਰੱਖਦੇ ਆ, ਉਹ ਫਿਰ ਸਦਾ ਹੀ ਸੁੱਖ ਪਾਉਂਦੇ ਆ, ਸਦਾ ਹੀ ਸੁੱਖ ਪਾਉਂਦੇ ਆ। ਤੇ ਹੁਣ ਕਿਤੇ ਗੁਰੂ ਸਾਹਿਬ ਬਦਲ ਗਏ ਨੇ? ਨਹੀਂ ਸੰਗਤ ਜੀ, ਸਾਡੀ ਭਾਵਨਾ ਨਹੀਂ ਉਹ ਵੱਜਦੀ। ਹੁਣ ਵੀ ਮਹਾਰਾਜ ਚੋਂ ਲਾਈਟ ਨਿਕਲ ਸਕਦੀ ਹੈ, ਹੁਣ ਵੀ ਸਾਡੇ ਦੁੱਖ ਦੂਰ ਕਰ ਦਿੰਦੇ ਆ।
ਰਹੀ ਆਦ ਤੇ ਸ਼ਰਧਾ ਤੁਮਾਰੇ ਕਿਉਂ ਸਹਾਇਤਾ ਗੁਰੂ ਨਾ ਧਾਰੇ। ਮਹਾਰਾਜ ਕਹਿਣ ਲੱਗੇ ਫਿਰ ਤੇਰੀ ਸ਼ਰਧਾ ਸੀ ਨਾ, ਸਾਡੇ ਤੇ ਪ੍ਰੇਮ ਸੀ, ਅਸੀਂ ਤਾਂ ਤੇਰੀ ਸਹਾਇਤਾ ਕੀਤੀ ਹੈ। ਹਾਂਜੀ। ਸ਼੍ਰੀ ਮੁਖ ਤੇ ਇਮ ਬਾਕ ਕਹੰਤੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮੁਖੋਂ ਇਸ ਤਰੀਕੇ ਦੇ ਬਚਨ ਕੀਤੇ, ਦਾਹਨ ਕਰ ਕੋ ਉਰਦ ਉਠਨ ਤੇ। ਗੱਜ ਕੇ ਆਖੋ। ਤੇ ਮਹਾਰਾਜ ਨਾ ਸੱਜੇ ਹੱਥ ਨੂੰ ਉੱਪਰ ਚੁੱਕਿਆ ਜੀ। ਗੱਲ ਕਰਦੇ ਆਪਣੇ ਵੀ ਹੱਥ ਤਾਂ ਹੋ ਜਾਂਦੇ ਆ। ਸਤਿਗੁਰਾਂ ਨੇ ਸੱਜੇ ਹੱਥ ਨੂੰ ਉੱਪਰ ਚੁੱਕਿਆ ਜੀ। ਹਾਂਜੀ। ਕਬਹੋਂ ਟਿਕਾਵਨ ਉੱਪਰ ਜਾਨੂ। ਕਦੀ ਮਹਾਰਾਜ ਉਹ ਹੱਥ ਜਿਹੜਾ ਗੋਡੇ ਤੇ ਰੱਖ ਲੈਂਦੇ ਸੱਜਾ ਜੀ। ਹਾਂਜੀ। ਬਾਹਰ ਕਰਹਿ ਚੰਚਲ ਦੁਤਵਾਨੂ। ਤੇ ਕਦੀ ਮਹਾਰਾਜ ਉੱਪਰ ਚੁੱਕ ਲੈਂਦੇ ਆ, ਕਦੀ ਇਸ ਤਰ੍ਹਾਂ ਕਰਦੇ, ਕਦੀ ਗੋਡੇ ਤੇ ਰੱਖਦੇ ਹੱਥ ਜੀ। ਹਾਂਜੀ। ਹੁਤੋ ਸਿਮਰਨਾ ਹਾਥ ਕਪੂਰੀ। ਹਾਂਜੀ। ਰੰਗ ਅਜਾਇਬ ਘਾੜ ਤਰੂਰੀ। ਗੱਜ ਕੇ ਆਖੋ। ਤੇ ਗੁਰੂ ਸਾਹਿਬ ਦੇ ਹੱਥ 'ਚ ਨਾ ਸਿਮਰਨਾ ਸੀ, ਸਿਮਰਨਾ। ਅੱਜ ਸਾਡੇ ਬੰਦੇ ਮਾਲਾ ਦੇ ਵੀ ਬੜੇ ਵਿਰੋਧ ਵਿੱਚ ਹੈਗੇ ਜੀ। ਅਸਲ ਵਿੱਚ ਸੰਗਤ ਜੀ ਜਿਨ੍ਹਾਂ ਨੇ ਕੁਝ ਨਹੀਂ ਨਾ ਕਰਨਾ, ਉਹ ਇਹੋ ਜਿਹੀਆਂ ਪੁੱਠੀਆਂ ਗੱਲਾਂ ਕਰਦੇ ਨੇ ਜੀ। ਸਤਿਗੁਰਾਂ ਨੇ ਸਿਮਰਨਾ ਫੜਿਆ ਜੀ, ਕਪੂਰੀ ਸਿਮਰਨਾ। ਸੋਹਣੇ ਮੋਤੀ ਨੇ, ਬੜਾ ਸੋਹਣਾ ਰੰਗ ਹੈ ਉਹਦਾ, ਸਿਮਰਨਾ ਮਾਲਾ ਨੂੰ ਕਹਿੰਦੇ ਆ। ਹਾਂਜੀ। ਤੇ ਸਹਿ ਦਿਖਾਏ ਫੇਰ ਮਨ ਲੀਨਾ। ਤੇ ਸਹਿ ਦਿਖਾਏ ਫੇਰ ਮਨ ਲੀਨਾ। ਕਹਿੰਦੇ ਜਦੋਂ ਮਹਾਰਾਜ ਇਸ ਤਰ੍ਹਾਂ ਕਰ ਰਹੇ ਤੇ ਜਹਾਂਗੀਰ ਨੇ ਵੇਖ ਲਿਆ ਜੀ ਉਹ ਸਿਮਰਨਾ। ਦੇਖਤ ਬੋਲਿਓ ਸ਼ਾਹ ਪਰਬੀਨਾ। ਤੇ ਗੁਰੂ ਸਾਹਿਬ ਨੇ ਨਾ ਮਨ ਫੇਰ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹਦੇ ਮਨ 'ਚ ਫੁਰਨਾ ਪੈਦਾ ਕਰ ਦਿੱਤਾ ਜੀ। ਚੇਤਾ ਰੱਖਿਓ, ਇਹ ਜਿਹੜੇ ਅਸੀਂ ਫੁਰਨੇ ਸੋਚਦੇ ਆ ਨਾ, ਇਹ ਸਤਿਗੁਰੂ ਆਪ ਹੀ ਕਿਰਪਾ ਕਰਦੇ ਆ। ਚੰਗੇ ਫੁਰਨੇ ਗੁਰੂ ਜੀ ਦੀ ਮਿਹਰ ਨਾਲ ਆਉਂਦੇ ਆ। ਤੇ ਅਰਦਾਸ ਕਰਿਓ ਚੰਗੇ ਹੀ ਆਉਣ, ਮਾੜੇ ਨਾ ਆਉਣ ਜੀ। ਮਹਾਰਾਜ ਨੇ ਉਹਦੇ ਮਨ 'ਚ ਫੁਰਨਾ ਬਣਾ ਦਿੱਤਾ ਜੀ। ਹਾਂਜੀ। ਅਜਬ ਸਿਮਰਨਾ ਜਿਸ ਕਰ ਧਾਰਾ। ਨਹਿ ਆਗੇ ਅਸ ਹਮ ਹੋ ਨਿਹਾਰਾ। ਤੇ ਗੱਲ ਕਰਦਿਆਂ ਕਰਦਿਆਂ ਜਹਾਂਗੀਰ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਤੁਹਾਡੇ ਹੱਥ ਵਿੱਚ ਜਿਹੜਾ ਸਿਮਰਨਾ ਹੈ, ਜਿਹੜੀ ਮਾਲਾ ਹੈ, ਸੱਚੇ ਪਾਤਸ਼ਾਹ ਬੜੀ ਸੋਹਣੀ ਹੈ। ਅੱਗੇ ਕਦੀ ਨਹੀਂ ਇਹੋ ਜਿਹੀ ਮਾਲਾ ਵੇਖੀ ਮੈਂ ਕਦੀ ਵੀ। ਹਾਂਜੀ। ਬਹੁ ਕੀਮਤ ਕੋ ਪਰੈ ਦਿਖਾਈ। ਬੜੀ ਕੀਮਤੀ ਮਾਲਾ ਲੱਗਦੀ ਹੈ। ਅਜੇ ਵੇਖ ਲਓ, ਬਾਦਸ਼ਾਹ ਸੀਗਾ, ਬਾਦਸ਼ਾਹ। ਤੇ ਬਾਦਸ਼ਾਹਾਂ ਕੋ ਕਿਹੜੀਆਂ ਚੀਜ਼ਾਂ ਨਹੀਂ ਹੁੰਦੀਆਂ ਨੇ। ਤੇ ਜੇ ਬਾਦਸ਼ਾਹ ਕੋ ਮਾਲਾ ਨਹੀਂ ਸੀ ਉਹੋ ਜਿਹੀ ਹੈਗੀ, ਉਹਨੇ ਕਦੀ ਵੇਖੀ ਨਹੀਂ ਸੀ, ਇਹਦਾ ਭਾਵ ਹੈ ਵੀ ਉਹ ਵਾਕਈ ਬੜੀ ਕੀਮਤੀ ਸੀਗੀ ਜੀ। ਹਾਂਜੀ। ਦੂਰ ਦੇਸ਼ ਕਿਨ ਦੀਨ ਪਠਾਈ। ਮਹਾਰਾਜ ਸੱਚੇ ਪਾਤਸ਼ਾਹ ਬਹੁ ਕੀਮਤੀ ਕੋ ਪਰਹਿ, ਬਹੁਤ ਕੀਮਤ ਕੋ ਪਰਹਿ ਦਿਖਾਈ। ਦੂਰ ਦੇਸ਼ ਤੇ ਕਿਨ ਪਠਾਈ। ਮਹਾਰਾਜ ਦੂਰ ਦੇਸ਼ ਤੋਂ ਲੱਗਦਾ ਕਿਸੇ ਨੇ ਦਿੱਤੀ, ਆਪਣੇ ਦੇਸ਼ ਦੀ ਨਹੀਂ ਲੱਗਦੀ। ਹਾਂਜੀ। ਸੁਨ ਗੁਰ ਕਹਿਓ ਭਲਾ ਤੁਮ ਜਾਨਾ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਜਿਹੜੀ ਗੱਲ ਕਰਨੀ ਚਾਹੁੰਦੇ ਸੀ ਉਹ ਹੋ ਗਈ ਜੀ। ਸਤਿਗੁਰੂ ਕਹਿੰਦੇ, ਹਾਂ ਬਾਦਸ਼ਾਹ ਤੂੰ ਗੱਲ ਸਹੀ ਪੁੱਛੀ ਹੈ। ਹਾਂਜੀ। ਦੂਰ ਵਲਾਇਤ ਤੇ ਸਿੱਖ ਆਨਾ। ਦੂਰ ਵਲਾਇਤ ਤੋਂ ਸਿੱਖ ਦੇ ਕੇ ਗਿਆ ਇੱਕ ਸਾਨੂੰ ਮਾਲਾ। ਹਾਂਜੀ। ਭਾਉ ਹਿਰਦੇ ਧਰ ਅਰਪਿਓ ਆਏ। ਕਹਿਓ ਰਾਖੀਐ ਹਾਥ ਬਣਾਏ। ਗੱਜ ਕੇ ਆਖੋ। ਬੜੇ ਪ੍ਰੇਮ ਨਾਲ ਮਹਾਰਾਜ ਕਹਿੰਦੇ ਉਹ ਦੇ ਕੇ ਗਿਆ। ਤੇ ਉਹ ਸਿੱਖ ਸਾਨੂੰ ਪਤਾ ਕੀ ਕਹਿ ਕੇ ਗਿਆ ਕਿ ਮਹਾਰਾਜ ਇਹ ਮਾਲਾ ਆਪਣੇ ਹੱਥ 'ਚ ਹੀ ਰੱਖਿਓ। ਹਾਂਜੀ। ਪਨਹਿ ਸ਼ਾਹੋ ਅਸ ਮਣਕਾ ਏਕ। ਮੋਕਹੁ ਦੀਜੈ ਜਲਦ ਬਿਬੇਕ। ਤੇ ਵੇਖੋ ਹੈ ਬਾਦਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਕੋਲੋਂ ਮੰਗਣ ਲੱਗਾ ਜੀ। ਕਹਿੰਦਾ ਮਹਾਰਾਜ ਬਹੁਤ ਸੋਹਣੀ ਮਾਲਾ ਹੈ, ਮਹਾਰਾਜ ਇਹਦੇ ਚੋਂ ਇੱਕ ਮੋਤੀ ਮੈਨੂੰ ਦੇ ਦਿਓ। ਹਾਂਜੀ। ਤਸਬੀ ਉਪਰ ਕਰੋ ਇਮਾਮ। ਮਹਾਰਾਜ ਮੈਂ ਆਪਣੀ ਤਸਬੀਹ ਦਾ ਨਾ ਮੇਰੂ ਮਣਕਾ ਬਣਾ ਕੇ ਰੱਖਾਂਗਾ। ਜਿਹੜੇ ਵੀਰ ਮਾਲਾ ਫੇਰਦੇ ਉਹਨਾਂ ਨੂੰ ਪਤਾ ਆ, ਜਾਂ ਮਾਲਾ ਨਾਲ ਸਿਮਰਨ ਕਰਦੇ ਉਹਨਾਂ ਨੂੰ ਪਤਾ ਹੈ। ਇੱਕ ਮਣਕਾ ਥੋੜਾ ਵੱਡਾ ਹੁੰਦਾ ਜਾਂ ਵਿਸ਼ੇਸ਼ ਹੁੰਦਾ, ਉਹਨੂੰ ਮੇਰੂ ਮਣਕਾ ਕਹਿੰਦੇ ਆ। ਮੇਰੂ ਮਣਕੇ ਦੇ ਆਲੇ ਦੁਆਲੇ ਹੀ ਸਾਰੀ ਮਾਲਾ ਜਿਹੜੀ ਉਹ ਤੁਰਦੀ ਹੈ ਜੀ। ਕਹਿੰਦਾ ਮਹਾਰਾਜ ਮੈਂ ਇਹਦਾ ਮੇਰੂ ਮਣਕਾ ਬਣਾ ਲਾਂਗਾ।
ਹਾਂਜੀ। ਤਰੇ ਰਹਿ ਮਣਕੇ ਜੋ ਤਮਾਮ। ਬਾਕੀ ਸਾਰੇ ਮਣਕੇ ਜਿਹੜੇ ਇਹਦੇ ਥੱਲੇ ਰਹਿਣਗੇ, ਮੇਰੂ ਮਣਕੇ ਦੇ ਹੇਠਾਂ ਰਹਿਣਗੇ। ਹਾਂਜੀ। ਬਹੁ ਮੋਲੇ ਮੈਂ ਬੀਨ ਮੰਗਾਏ, ਹਾਂ। ਦੂਰ ਦੂਰ ਤੇ ਸੁੰਦਰ ਲਿਆਏ। ਬੜੇ ਬੜੇ ਕੀਮਤੀ ਮੋਤੀ ਮੇਰੇ ਕੋਲ ਨੇ, ਪਰ ਇਹਦੇ ਵਰਗਾ ਨਹੀਂ ਹੈਗਾ। ਹਾਂਜੀ। ਤੁਮ ਤੇ ਮਣਕਾ ਲੇਵੋ ਜੋਏ, ਤਿਸ ਮੈਂ ਗੁਣ ਅਵਲੋਕ ਹੈ ਦੋਏ। ਗੱਜ ਕੇ ਆਖੋ, ਨਾਲੇ ਆਪ ਜੀ ਦੇ ਕੋਲੋਂ ਮਣਕਾ ਲੈਣਾ, ਇਹਦੇ 2 ਗੁਣ ਹੋਣਗੇ ਵੱਡੇ। ਹਾਂਜੀ। ਜਬ ਹੇਰੋਂ ਮੈਂ ਨੈਣ ਉਘਾਰੀ, ਜਦੋਂ ਮੈਂ ਨੇਤਰ ਖੋਲ ਕੇ ਬੰਦਗੀ ਤੋਂ ਬਾਅਦ ਅੱਖਾਂ ਖੋਲਾਂਗਾ, ਤਸਬੀਹ ਨੂੰ ਵੇਖਾਂਗਾ। ਹਾਂਜੀ। ਤੁਮ ਹੈ ਚਿਤਾਰੋਂ ਹਿਰਦੇ ਮਝਾਰੀ। ਆਪ ਜੀ ਦਾ ਬਖਸ਼ਿਆ ਹੋਇਆ ਮਣਕਾ ਮਾਲਾ ਵਿੱਚ ਲੱਗਾ ਹੋਇਆ ਵੇਖਾਂਗਾ, ਤਸਬੀਹ 'ਚ ਲੱਗਾ, ਤੇ ਆਪ ਜੀ ਦੇ ਦਿੱਤੇ ਮਣਕੇ ਨੂੰ ਵੇਖ ਕੇ ਆਪ ਜੀ ਦਾ ਚੇਤਾ ਆਏਗਾ। ਹਾਂਜੀ। ਦੂਜੇ ਤਰਾਸ ਨਹੀਂ ਮੈਂ ਪਾਵੋ, ਤੇ ਦੂਸਰਾ ਤੁਹਾਡਾ ਮਣਕਾ ਮੇਰੇ ਕੋਲ ਹੋਏਗਾ, ਮੈਨੂੰ ਡਰ ਨਹੀਂ ਲੱਗਿਆ ਕਰੇਗਾ। ਹਾਂਜੀ। ਤੁਮ ਕਰ ਕੋ ਜਬ ਅੰਗ ਲਗਾਵੋ। ਤੁਹਾਡੇ ਹੱਥਾਂ ਦਾ ਮਣਕਾ ਮਹਾਰਾਜ ਸੱਚੇ ਪਾਤਸ਼ਾਹ ਮੋਤੀ ਮੈਂ ਆਪਣੇ ਹੱਥਾਂ ਨਾਲ ਸਪਰਸ਼ ਕਰਾਂਗਾ, ਮੇਰਾ ਭਲਾ ਹੋਏਗਾ। ਸੰਗਤ ਜੀ ਇੱਕ ਗੱਲ ਚੇਤਾ ਰੱਖਿਓ, ਹੈ ਉਹ ਭਾਵੇਂ ਬਾਦਸ਼ਾਹ ਹੈ, ਪਰ ਗੱਲ ਇੱਕ ਵਧੀਆ ਕਰ ਗਿਆ ਜੀ। ਆਖੋ ਵਾਹਿਗੁਰੂ। ਕਹਿੰਦਾ ਮਹਾਰਾਜ ਇਹਨਾਂ ਸਾਰੇ ਮਣਕਿਆਂ ਨੂੰ ਤੁਸੀਂ ਹੱਥ ਲਾਇਆ, ਇੱਕ ਮਣਕਾ ਮੈਨੂੰ ਦੇ ਦਿਓ, ਮੈਂ ਆਪਣੀ ਮਾਲਾ 'ਚ ਰੱਖਾਂਗਾ, ਤੇ ਰੋਜ਼ ਉਸ ਮਣਕੇ ਨੂੰ ਮੈਂ ਹੱਥ ਲਾਇਆ ਕਰਾਂਗਾ, ਤੇ ਕੀ ਹੋਏਗਾ? ਸੱਚੇ ਪਾਤਸ਼ਾਹ ਮੇਰਾ ਭਲਾ ਹੋਏਗਾ। ਚੇਤਾ ਰੱਖਿਓ, ਜਿਹੜਾ ਬੰਦਾ ਜਿਸ ਚੀਜ਼ ਨੂੰ ਛੂਹ ਦਿੰਦਾ ਹੈ ਨਾ, ਉਹਦੇ ਤੱਤ ਕਣ ਜਿਹੜੇ ਆ, ਉਹਦੀ ਵਾਈਬ੍ਰੇਸ਼ਨ ਜਿਹੜੀ ਹੈ, ਡਾਕਟਰ ਕਹਿੰਦੇ ਉਹਦੇ ਕੀਟਾਣੂ ਜਿਹੜੇ ਆ ਉਹਦੇ ਵਿੱਚ ਰਹਿ ਜਾਂਦੇ ਆ ਜੀ। ਆ ਕਰੋਨਾ ਬਿਮਾਰੀ ਕੀ ਕੀਟਾਣੂ ਹੀ ਹੈ? ਛੂਹੋ ਨਾ ਜੀ, ਛੂਹੋ ਨਾ। ਬਿਮਾਰ ਬੰਦੇ ਦੇ ਕੀਟਾਣੂ ਅਸਰ ਕਰਦੇ ਨੇ, ਤੇ ਚੇਤਾ ਰੱਖਿਓ ਭਗਤ ਦੇ ਕੀਟਾਣੂ ਵੀ ਅਸਰ ਕਰਦੇ ਨੇ ਜੀ। ਗੱਜ ਕੇ ਆਖੋ। ਦੁਬਈ ਤੋਂ ਭਾਈ ਸਾਹਿਬ ਆਏ ਸੀ ਮੇਰੇ ਕੋਲ, ਕਦੀ ਕਦੀ ਆ ਜਾਂਦੇ ਆ, ਦੁਬਈ ਰਹਿੰਦੇ ਤੇ ਸਿਮਰਨ ਕਰਦੇ ਜੀ। ਉਹਨਾਂ ਮੈਨੂੰ ਦੱਸਿਆ, ਕਹਿੰਦੇ ਅਸੀਂ 2 ਬੰਦੇ ਸਨ, 2 ਸਿੰਘ ਜੀ ਇੱਕ ਕਮਰੇ 'ਚ। ਨਾਲ ਦਾ ਸਿੰਘ ਸਾਰੀ ਰਾਤ ਸਿਮਰਨ ਕਰਦਾ। ਕਹਿੰਦੇ ਠੰਡ ਸੀਗੀ, ਉਹ ਕਮਰੇ 'ਚ ਨਹੀਂ ਸੀ, ਮੈਂ ਉਹਦਾ ਕੰਬਲ ਲੈ ਲਿਆ ਆਪਣੇ ਤੇ। ਇੱਥੇ ਸਿੰਘ ਆਉਂਦੇ, ਜਦੋਂ ਆਉਣਗੇ ਮੈਂ ਮਿਲਾਵਾਂਗਾ ਤੁਹਾਨੂੰ। ਕਹਿੰਦੇ ਮੈਂ ਉਹਨਾਂ ਦਾ ਕੰਬਲ ਲੈ ਲਿਆ, ਤੇ ਜਦੋਂ ਮੈਂ ਬੁੱਕਲ ਮਾਰ ਕੇ ਬਹਿ ਗਿਆ ਨਾ, ਤੇ ਕੰਬਲ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਆਉਂਦੀਆਂ ਸਨ ਜੀ। ਅਸਰ ਹੁੰਦਾ, ਪੂਰਾ ਅਸਰ ਹੁੰਦਾ। ਜੇ ਬਿਮਾਰ ਬੰਦੇ ਦੇ ਕੀਟਾਣੂ ਚੀਜ਼ ਨਾਲ ਲੱਗ ਜਾਂਦੇ ਆ, ਤੇ ਪਿਆਰਿਓ ਗੁਰਮੁਖ ਦੇ ਵਿੱਚ ਜਿਹੜੇ ਸ਼ੁਭ ਗੁਣ ਹੁੰਦੇ ਉਹ ਵੀ ਵਸਤੂ ਦੇ ਉੱਤੇ ਅਸਰ ਕਰਦੇ ਆ। ਆਖੋ ਵਾਹਿਗੁਰੂ। ਪੂਰੇ ਅਸਰ ਕਰਦੇ ਆ। ਸੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਜਹਾਂਗੀਰ ਕਹਿੰਦਾ ਮਹਾਰਾਜ ਤੁਹਾਡਾ ਮਣਕਾ ਮੈਂ ਹੱਥ 'ਚ ਰੱਖਿਆ ਕਰਾਂਗਾ, ਮਹਾਰਾਜ ਮੇਰਾ ਭਲਾ ਹੋਏਗਾ। ਹਾਂਜੀ। ਜਿਮ ਰੱਖਿਅਕ ਤੁਮ ਬਨੇ ਹਮਾਰੇ, ਤਿਮ ਕੀਜੈ ਅਬ ਤੇ ਪ੍ਰਿਤ ਪਾਰੇ। ਮਹਾਰਾਜ ਕਿਰਪਾ ਕਰੋ, ਬੇਨਤੀ ਪ੍ਰਵਾਨ ਕਰ ਲਓ। ਜਿਵੇਂ ਮਹਾਰਾਜ ਤੁਸੀਂ ਪਹਿਲਾਂ ਮੇਰੀ ਰੱਖਿਆ ਕੀਤੀ ਹੈ, ਉਵੇਂ ਹੁਣ ਵੀ ਰੱਖਿਆ ਕਰੋ। ਹਾਂਜੀ। ਸ਼੍ਰੀ ਗੁਰ ਕਹਿਓ ਸਿਮਰ ਨਾ ਸਾਰੋ, ਹਮ ਤੇ ਲਿਹੋ ਆਪਣੇ ਕਰ ਧਾਰੋ। ਆਖੋ ਵਾਹਿਗੁਰੂ। ਹੁਣ ਗੱਲ ਕਿਹੜੇ ਪਾਸੇ ਜਾਂਦੀ ਉਹ ਵੇਖਿਓ ਜੀ। ਮਹਾਰਾਜ ਕਹਿੰਦੇ ਬਾਦਸ਼ਾਹ ਇੱਕ ਮਣਕਾ ਕੀ, ਤੂੰ ਬਾਦਸ਼ਾਹ ਤੂੰ ਸਾਰੀ ਮਾਲਾ ਹੀ ਲੈ ਲਾ, ਕਹਿਣ ਲੱਗੇ ਸਾਡੇ ਹੱਥੋਂ ਸਾਰੀ ਮਾਲਾ ਹੀ ਲੈ ਲਾ। ਹਾਂਜੀ। ਸ਼੍ਰੀ ਨਾਨਕ ਹੈ ਸਦਾ ਸਹਾਏ, ਗੁਰੂ ਨਾਨਕ ਸਾਹਿਬ ਤੁਹਾਡੇ ਸਹਾਈ ਨੇ। ਹਾਂਜੀ। ਨਾਮ ਲੀਏ ਗਨ ਮਿਟੈ ਬਲਾਏ। ਗੁਰੂ ਨਾਨਕ ਸਾਹਿਬ ਦਾ ਨਾਮ ਲਿਆ ਕਰੋ, ਬਲਾਵਾਂ ਦੂਰ ਹੋ ਜਾਂਦੀਆਂ ਨੇ। ਸੰਗਤ ਜੀ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ, ਪੂਰੇ ਗੁਰੂ ਦਾ ਬਚਨ ਹੈ, ਇਹਨੂੰ ਐਵੇਂ ਨਾ ਸੁੱਟ ਦਿਓ ਕਿਤੇ। ਪਿਆਰ ਨਾਲ ਕਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਕਲਯੁਗ ਸੱਚੇ ਪਾਤਸ਼ਾਹ ਕੋਲ ਆਇਆ,
ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਫਿਰ ਜਦੋਂ ਤਾੜਨਾ ਕੀਤੀ, ਕਹਿੰਦਾ ਮਹਾਰਾਜ ਜਿਹੜਾ ਤੁਹਾਡਾ ਨਾਮ ਲਏਗਾ ਉਹਦੇ ਕੋਲ ਨਹੀਂ ਜਾਇਆ ਕਰਾਂਗਾ। ਗੱਜ ਕੇ ਕਹਿ ਦਿਓ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿੰਦੇ ਗੁਰੂ ਸਾਹਿਬ ਦਾ ਨਾਮ ਲਓ, ਸਭ ਕਲੇਸ਼ ਦੂਰ, ਬਲਾਵਾਂ ਦੂਰ ਹੁੰਦੀਆਂ ਨੇ। ਸਤਿਗੁਰ ਸ਼ਰਧਾ ਜੇ ਉਰ ਧਰੇ, ਪੁੰਨ ਕੋ ਸਕਹਿ ਤਰਾਸ ਕੋ ਕਰੇ। ਭਾਈ ਬਾਦਸ਼ਾਹ ਗੁਰੂ ਸਾਹਿਬ ਤੇ ਜਿਹੜਾ ਸ਼ਰਧਾ ਰੱਖਦਾ ਉਹਨੂੰ ਡਰਨ ਦੀ ਲੋੜ ਨਹੀਂ ਰਹਿੰਦੀ ਫਿਰ। ਹਾਂਜੀ। ਹਜ਼ਰਤ ਹਾਥ ਜੋਰ ਕਰ ਕਹੇ, ਇਹ ਤੋ ਤੁਮ ਹੈ ਮੂੰਹ ਮਾਰਖ ਰਹੇ। ਆਖੋ ਵਾਹਿਗੁਰੂ। ਜਹਾਂਗੀਰ ਥੋੜਾ ਜਿਹਾ ਕੱਚਾ ਹੋਇਆ ਜੀ, ਵੀ ਮੈਂ ਤੇ ਮਣਕਾ ਮੰਗਿਆ ਤੇ ਹੁਣ ਮਹਾਰਾਜ ਮੈਨੂੰ ਮਾਲਾ ਹੀ ਦੇ ਦੇਣਗੇ। ਕਹਿੰਦਾ ਨਹੀਂ ਮਹਾਰਾਜ, ਇਹ ਤੇ ਤੁਹਾਡੀ ਮਾਲਾ, ਤੁਹਾਨੂੰ ਮੁਬਾਰਕ ਹੈ। ਹਾਂਜੀ। ਹੋਏ ਸਿਮਰਨੇ ਤੇ ਅਧਿਕਾਏ, ਲਿਓ ਸੋ ਤਸਬੀਹ ਬਿਖੈ ਮਿਲਾਏ। ਤੇ ਜੇ ਕੋਈ ਇਸ ਸਿਮਰਨੇ ਤੋਂ ਵਾਧੂ ਮਣਕਾ ਹੈ ਤੇ ਮਹਾਰਾਜ ਮਣਕਾ ਹੀ ਦੇ ਦਿਓ ਇੱਕ, ਉਹ ਮੈਂ ਆਪਣੀ ਤਸਬੀਹ ਚਲਾਉਣਾ ਚਾਹੁੰਦਾ। ਤਸਬੀਹ ਵੀ ਮਾਲਾ ਹੀ ਹੁੰਦੀ ਹੈ। ਅਸਲ ਵਿੱਚ ਹਿੰਦੂ ਜਗਤ ਤੇ ਸਿੱਖ ਜਗਤ 108 ਮਣਕਿਆਂ ਵਾਲੀ ਮਾਲਾ ਫੇਰਦਾ ਹੈ ਜੀ। ਮੁਸਲਮਾਨ ਜਗਤ ਜਿਹੜਾ ਉਹ 101 ਮਣਕਿਆਂ ਵਾਲੀ ਮਾਲਾ ਫੇਰਦੇ, ਉਹਨਾਂ ਨੂੰ ਤਸਬੀਹ ਕਹਿੰਦੇ ਆ। ਹਾਂਜੀ। ਕਿਰਪਾ ਠਾਨ ਖੋਜੈ ਨਿਜ ਕੋਸ਼। ਮਹਾਰਾਜ ਕਿਰਪਾ ਕਰੋ ਤੇ ਆਪਣੇ ਖਜ਼ਾਨੇ ਚੋਂ ਇਹੋ ਜਿਹਾ ਇੱਕ ਮੋਤੀ ਦੇ ਦਿਓ ਲੱਭ ਕੇ। ਨਿਕਸਹਿ ਤਹਿ ਸੋ ਦੇਹੋ ਅਦੋਸ਼। ਜੇ ਕੋਈ ਪਵਿੱਤਰ ਮਣਕਾ ਮੈਨੂੰ ਮਿਲ ਜਾਵੇ ਤੇ ਮਹਾਰਾਜ ਬੜੀ ਕਿਰਪਾ ਹੋਏਗੀ। ਨਿਸ਼ਚੇ ਬਨਹਿ ਲੇਨ ਮੁਝ ਮਨ ਕਾ, ਸਿਮਰੇ ਭਲਾ ਹੋਹੈ ਤਨ ਮਨ ਕਾ। ਆਖੋ ਪਰ ਮਹਾਰਾਜ ਮੇਰੀ ਰੀਝ ਹੈ, ਮੈਂ ਇੱਕ ਮਣਕਾ ਹੀ ਲੈਣਾ ਚਾਹੁੰਦਾ, ਉਸ ਮਣਕੇ ਤੇ ਅੱਲਾਹੂ ਜਪਿਆ ਕਰਾਂਗਾ। ਮਹਾਰਾਜ ਮੇਰੇ ਤਨ ਮਨ ਦਾ ਭਲਾ ਹੋਵੇਗਾ। ਹਾਂਜੀ। ਸੁਨ ਸਤਿਗੁਰ ਤਬ ਜ਼ਿਕਰ ਚਲਾਇਓ, ਚੰਦੂ ਦੀਵਾਨ ਜੋ ਤੁਮੈ ਬੰਧਾਇਓ। ਉਹਦੀ ਬੜੀ ਰੀਝ ਪੈਦਾ ਹੋ ਗਈ ਜੀ, ਇੱਕ ਮਣਕੇ ਵਾਸਤੇ ਹੀ ਉਹਦੀ ਬਹੁਤੀ ਰੀਝ ਹੋ ਗਈ ਜੀ। ਆਖੋ ਵਾਹਿਗੁਰੂ। ਮਹਾਰਾਜ ਦੀ ਖੇਡ ਹੈ। ਸਤਿਗੁਰੂ ਕਹਿੰਦੇ ਹੈ, ਸੁਨ ਸਤਿਗੁਰ ਤਬ ਜ਼ਿਕਰ ਚਲਾਇਓ। ਬੈਠਾ ਬੈਠਾ ਮਹਾਰਾਜ ਨੇ ਗੱਲ ਤੋਰਤੀ, ਚੰਦ ਦੀਵਾਨ ਜੋ ਤੁਮਹੇ ਵਧਾਇਓ। ਮਹਾਰਾਜ ਕਹਿੰਦੇ ਜਿਹੜਾ ਤੁਹਾਡਾ ਚੰਦੂ ਦੀਵਾਨ ਹੈ, ਜਿਹਨੇ ਬਾਰ-ਬਾਰ ਤੁਹਾਨੂੰ ਬੜੀਆਂ ਗੱਲਾਂ ਕਹਿ ਕਹਿ ਕੇ ਸਾਡੇ ਖਿਲਾਫ ਵਧਾਇਆ ਹੋਇਆ। ਹਾਂਜੀ। ਤਿਸ ਕੇ ਸਦਨ ਪਠੇ ਗੁਰ ਬੜੇ। ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਉਹਦੇ ਘਰ ਗਏ ਸਨ। ਹਾਂਜੀ। ਤਹ ਹੀ ਨਿਜ ਸਰੀਰ ਕੋ ਛੜੇ। ਉਹਦੇ ਘਰ ਹੀ ਮਹਾਰਾਜ ਨੇ ਸਰੀਰ ਛੱਡਿਆ ਆਪਣਾ। ਤਿਨ ਕੇ ਗਰਮ ਹੈ ਸੁੰਦਰ ਮਾਲਾ। ਇਹੋ ਜੀ ਹੂਬਹੂ ਮਾਲਾ ਗੁਰੂ ਅਰਜਨ ਦੇਵ ਜੀ ਦੇ ਗਲੇ ਵਿੱਚ ਸੀਗੀ, ਕਹਿਣ ਲੱਗੇ। ਹਾਂਜੀ। ਇਨ ਤੇ ਕੀਮਤ ਤਾਹੇ ਬਿਸਾਲਾ। ਤੇ ਉਹਦੀ ਕੀਮਤ ਇਹਦੇ ਤੋਂ ਵੀ ਵੱਡੀ ਹੈ। ਤੇ ਸਿਮਰਨਾ ਹੈ ਨਾ 27 ਮਣਕਿਆਂ ਵਾਲਾ, ਉਹ 108 ਵਾਲੀ ਸੀਗੀ, ਕਹਿਣ ਲੱਗੇ ਉਹਦੀ ਕੀਮਤ ਕਿਤੇ ਵੱਧ ਹੈ। ਹਾਂਜੀ। ਸੋ ਚੰਦੂ ਕੇ ਘਰ ਮਹਿ ਰਹੀ। ਉਹ ਮਾਲਾ ਚੰਦੂ ਦੇ ਘਰ ਵਿੱਚ ਹੈਗੀ, ਮਹਾਰਾਜ ਕਹਿਣ ਲੱਗੇ। ਬਾਹਰ ਜ਼ਾਹਰ ਕੀਨਸ ਨਹੀਂ। ਗੱਜ ਕੇ ਆਖੋ। ਪਰ ਚੰਦੂ ਨੇ ਉਹ ਮਾਲਾ ਬਾਹਰ ਕੱਢੀ ਨਹੀਂ, ਕਿਸੇ ਨੂੰ ਦਿੱਤੀ ਨਹੀਂ। ਹਾਂਜੀ। ਛਲ ਕਰ ਆਏ ਸਪਾਏ ਤਿਹਾਰੀ, ਕਰੀ ਅਜੋਗ ਅਵਗਿਆ ਭਾਰੀ। ਤੇ ਮਹਾਰਾਜ ਕਹਿੰਦੇ ਸਾਨੂੰ ਪਤਾ ਹੈ ਚੰਦੂ ਨੇ ਭੜਕਾ ਕੇ ਤੁਹਾਡੇ ਨਾਲ ਛਲ ਕਰਕੇ ਗੁਰੂ ਜੀ ਨੂੰ ਸ਼ਹੀਦ ਕੀਤਾ ਸੀਗਾ। ਹਾਂਜੀ। ਅਬ ਤਿਸਤੇ ਮਾਲਾ ਨਿਕਸਾਵੋ। ਉਹ ਮਾਲਾ ਹੁਣ ਤੁਸੀਂ ਚੰਦੂ ਕੋਲੋਂ ਲੈ ਲਓ। ਹਾਂਜੀ। ਕਹਿ ਦੋ ਮਨ ਕਾ ਏਕ ਅਨਾਵੋ। ਤੇ ਜਾਂ ਫਿਰ ਇੱਕ ਮਣਕਾ ਹੀ ਲਿਆਉਣ ਲਈ ਕਹਿ ਦਿਓ। ਗੱਜ ਕੇ ਆਖੋ। ਭਾਵੇਂ ਲੈ ਲਓ ਮਾਲਾ ਤੇ ਭਾਵੇਂ ਲੈ ਲਓ ਮਣਕਾ, ਹੈ ਚੰਦੂ ਦੇ ਕੋਲ ਚ, ਕਹਿਣ ਲੱਗੇ। ਹਾਂਜੀ। ਤੁਮ ਢਿਗ ਨਹਿ ਸੁਧ ਪਹੁੰਚਨ ਦੀਨ, ਅਨਿਕ ਫਰੇਬ ਬਤਾਵਨ ਕੀਨ। ਮਹਾਰਾਜ ਕਹਿਣ ਲੱਗੇ ਤੁਹਾਡੇ ਤੱਕ ਉਹਨੇ ਮਾਲਾ ਦਿੱਤੀ ਨਹੀਂ ਅਜੇ ਤੱਕ ਤੁਹਾਨੂੰ। ਸਤਿਗੁਰੂ ਜੀ ਦੀ ਮਾਲਾ ਸੀਗੀ। ਹਾਂਜੀ। ਸਮਝਿਓ ਸ਼ਾਹੋ ਸਕਲ ਭਿਵ ਪਾਏ, ਚੰਦੂ ਖੁਟਾਈ ਕਹਿਤ ਸੁਨਾਏ। ਤੇ ਸਾਧ ਸੰਗਤ ਜੀ ਉਹ ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਮੈਂ ਸਾਰੀ ਗੱਲ ਸਮਝਦਾ, ਚੰਦੂ ਨੇ ਬੜੀ ਖੋਟ ਕੀਤੀ ਹੈ। ਮਹਾਰਾਜ ਮੈਨੂੰ ਬੜਾ ਭੜਕਾਇਆ, ਵੱਡੇ ਗੁਰੂ ਜੀ ਬਾਰੇ ਵੀ ਤੇ ਤੁਹਾਡੇ ਬਾਰੇ ਵੀ। ਸੱਚੇ ਪਾਤਸ਼ਾਹ ਬੜਾ ਭੜਕਾਇਆ।
ਹਾਂਜੀ। ਚਤੁਰ ਘਟੀ ਇਕ ਦਰਸ਼ਨ ਕਰਿਓ, ਪੁੰਨ ਕੁਸ਼ ਲਹਿਓ ਨਾ ਉਰਮੈ ਧਰਿਓ। ਤੇ ਮੈਂ ਤੇ ਮਿਲਿਆ ਸਾਂ ਗੁਰੂ ਅਰਜਨ ਸਾਹਿਬ ਨੂੰ 4 ਘੜੀਆਂ। ਉਹਦੇ ਤੋਂ ਬਾਅਦ ਉਹ ਸਤਿਗੁਰੂ ਨੂੰ ਆਪਣੇ ਘਰ ਲੈ ਗਿਆ ਤੇ ਸੱਚੇ ਪਾਤਸ਼ਾਹ ਮੈਂ ਜ਼ਿਆਦਾ ਨਹੀਂ ਜਾਣਦਾ। ਹਾਂਜੀ। ਸ਼੍ਰੀ ਹਰਗੋਬਿੰਦ ਗਿਰਾ ਉਚਾਰੀ, ਸ਼ੇਰੋ ਕਹਾਂ ਜ਼ਿਕਰ ਅਜ ਭਾਰੀ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬਾਦਸ਼ਾਹ ਇਹ ਕਿਹੜੀਆਂ ਗੱਲਾਂ ਕਰ ਰਹੇ ਆ? ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗੱਲ ਨਾ ਤੋਰ ਹੁਣ ਕਹਿਣ ਲੱਗੇ। ਹਾਂਜੀ। ਇਹ ਲੇਖਾ ਦਰਗਾਹ ਖੁਦਾਏ। ਇਹ ਲੇਖਾ ਜਿਹੜਾ ਨਾ ਸ਼ਹੀਦੀ ਵਾਲਾ, ਇਹ ਖੁਦਾ ਦੀ ਦਰਗਾਹ ਵਿੱਚ ਜਾ ਕੇ ਲਵਾਂਗੇ ਕਹਿਣ ਲੱਗੇ। ਇੱਥੇ ਨਹੀਂ ਗੱਲ ਕਰਨੀ। ਤਬ ਲਹਿ ਜਬ ਕਰ ਹੈ ਨਿਆਏ। ਜਦੋਂ ਉੱਪਰ ਜਾਵੋਗੇ ਉੱਤੇ ਨਿਆਂ ਹੋਏਗਾ। ਮਹਾਰਾਜ ਕਹਿੰਦੇ ਉਦੋਂ ਗੱਲ ਕਰਾਂਗੇ, ਹੁਣ ਨਹੀਂ ਇਹ ਗੱਲ ਕਰਨੀ। ਇਹਾਂ ਨਾ ਨਿਬਰੈ ਬਾਕੀ ਮਹਾ। ਬਾਕੀ ਇਹ ਇੱਥੇ ਨਹੀਂ ਨਿਬੇੜਾ ਹੋਣਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲਾ ਨਿਬੇੜਾ ਇੱਥੇ ਨਹੀਂ ਹੋਣਾ। ਉਹ ਦਰਗਾਹ ਵਿੱਚ ਜਾ ਕੇ ਗੱਲ ਬਣੇਗੀ। ਨਰਕ ਸਜਾਏ ਬਨਤ ਹੈ ਜਹਾਂ। ਆਖੋ ਚੰਦੂ ਨੂੰ ਵੀ ਨਰਕ ਦੀ ਜਿਹੜੀ ਸਜ਼ਾ ਹੈ ਉਹ ਉੱਥੇ ਹੀ ਮਿਲਣੀ ਕਹਿਣ ਲੱਗੇ। ਹਾਂਜੀ। ਸੰਕਟ ਪਰ ਹੈ ਬਿਰਲਾਪ ਕੁਰਾਵੈ, ਨਹੀਂ ਸਹਾਇਕ ਸੰਗ ਨਿਹਾਰੈ। ਤੇ ਸੰਕਟ ਵਿੱਚ ਪੈ ਜਾਣਾ, ਬੜਾ ਉਹਨੇ ਚਿਲਾਇਆ ਕਰਨਾ, ਉਹਦੀ ਕਿਸੇ ਨੇ ਮਦਦ ਨਹੀਂ ਕਰਿਆ ਕਰਨੀ। ਹਾਂਜੀ। ਅੰਤਰਜਾਮੀ ਸਭ ਕਿਛ ਜਾਣ ਹੈ, ਤਿਸ ਤੇ ਕਹਾਂ ਛਪਵਨ ਠਾਨੈ। ਮਹਾਰਾਜ ਕਹਿਣ ਲੱਗੇ ਸਤਿਗੁਰਾਂ ਤੋਂ ਕੀ ਛਡਾ ਲੈਣਗੇ, ਛੁਪਵਾ ਲੈਣਗੇ। ਸਤਿਗੁਰੂ ਜੀ ਸਾਰੀ ਗੱਲ ਹੀ ਜਾਣਦੇ ਆ। ਹਾਂਜੀ। ਅਬ ਮਨ ਕਾ ਮੰਗਵਾਵੋ ਸੋਏ। ਹੁਣ ਤੁਸੀਂ ਮਣਕਾ ਮੰਗਵਾ ਲਵੋ ਜਾਂ ਮਾਲਾ ਮੰਗਵਾ ਲਵੋ। ਵੱਡੇ ਗੁਰੂ ਕੇ ਘਰ ਮਹਿ ਜੋਏ। ਵੱਡੇ ਸਤਿਗੁਰਾਂ ਦੇ ਗਲ ਵਿੱਚ ਹੂਬਹੂ ਇਹੋ ਮਾਲਾ ਸੀ ਕਹਿਣ ਲੱਗੇ। ਸੁਨ ਪਤਸ਼ਾਹ ਤਰਾਸ ਉਰ ਪਾਵਾ, ਪਠ ਨਰ ਚੰਦੂ ਨਿਕਟ ਬੁਲਾਵਾ। ਬਾਦਸ਼ਾਹ ਫਿਰ ਥੋੜਾ ਜਿਹਾ ਡਰਿਆ ਜੀ ਜਦੋਂ ਮਹਾਰਾਜ ਨੇ ਦਰਗਾਹ ਦੀਆਂ ਗੱਲਾਂ ਕੀਤੀਆਂ। ਉਹਨੇ ਚੰਦੂ ਨੂੰ ਕੋਲ ਸੱਦਿਆ। ਚੰਦੂ ਪਹਿਲੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਫੇਸ ਟੂ ਫੇਸ ਹੋਣ ਲੱਗਾ ਸੀਗਾ ਜੀ। ਹਾਂਜੀ। ਗੁਰ ਕਰ ਬਿਖੈ ਸਿਮਰਨੇ ਦਿਸ਼ ਕੋ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕਰ ਸ਼ਾਰਤ ਭਾਖਿਓ ਬਚ ਤਿਸ ਕੋ। ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਆ, ਚੰਦੂ ਆ ਗਿਆ ਜੀ। ਮਹਾਰਾਜ ਜੀ ਦੇ ਸਿਮਰਨਾ ਹੱਥ ਵਾਲਾ ਵੇਖ ਕੇ ਬਾਦਸ਼ਾਹ ਨੇ ਇਸ਼ਾਰਾ ਕੀਤਾ ਚੰਦੂ ਨੂੰ। ਹਾਂਜੀ। ਇਨਕੇ ਸਮ ਮਨ ਕਾ ਜੇ ਹੋਏ, ਹਮਕੋ ਆਨ ਦੀਜੀਐ ਸੋਏ। ਬਾਦਸ਼ਾਹ ਕਹਿੰਦਾ ਚੰਦੂ ਇਹੋ ਜੀ ਮਾਲਾ ਤੇਰੇ ਕੋਲ ਵੀ ਹੈਗੀ ਹੈ, ਉਹਦਾ ਮਣਕਾ ਇੱਕ ਸਾਨੂੰ ਲਿਆ ਕੇ ਦੇ ਕਹਿਣ ਲੱਗੇ। ਹਾਂਜੀ। ਸੁਨ ਚੰਦੂ ਕਰ ਜੋਰ ਉਚਾਰਾ। ਚੰਦੂ ਹੱਥ ਜੋੜ ਕੇ ਕਹਿਣ ਲੱਗਾ। ਚੰਦੂ ਨੇ ਗੁਰੂ ਸਾਹਿਬ ਨੂੰ ਨਹੀਂ ਬੁਲਾਇਆ ਜੀ, ਉਹ ਤਾਂ ਦੁਸ਼ਮਣ ਸੀਗਾ ਜੀ। ਹਾਂਜੀ। ਲੀਜੈ ਇਸ ਤੇ ਕੀਮਤ ਭਾਰਾ। ਆਖੋ ਕਹਿੰਦਾ ਮਹਾਰਾਜ ਇਹਦੇ ਤੋਂ ਵੀ ਮਹਿੰਗਾ। ਬਾਦਸ਼ਾਹ ਨੂੰ ਕਹਿੰਦਾ ਇਹਦੇ ਤੋਂ ਵੀ ਮਹਿੰਗਾ ਲੈ ਲਓ। ਹਾਂਜੀ। ਜਾਏ ਨਿਕੇਤ ਖੋਜ ਮੈਂ ਆਨੋ। ਮੈਂ ਹੁਣੇ ਹੀ ਜਾਣਾ ਤੇ ਆਪਣੇ ਘਰ ਚੋਂ ਲੱਭ ਲਿਆਉਣਾ। ਉਹਨੂੰ ਪਤਾ ਤੇ ਸੀ ਵੀ ਮਾਲਾ ਮੇਰੇ ਕੋਲ ਹੀ ਹੈ ਗੁਰੂ ਅਰਜਨ ਦੇਵ ਜੀ ਦੀ। ਜਿਸ ਮੈਂ ਉਜਲ ਤਾਸੋ ਪਛਾਨੋ। ਤੇ ਤੁਸੀਂ ਆਪ ਮੈਂ ਮਾਲਾ ਹੀ ਲੈ ਆਉਣੀ ਕਹਿੰਦਾ। ਹਾਂਜੀ। ਸੁਨ ਹਜ਼ਰਤ ਕੀ ਆਇਸ ਗਇਓ। ਬਾਦਸ਼ਾਹ ਦੀ ਆਗਿਆ ਲੈ ਕੇ ਚੰਦੂ ਆਪਣੇ ਘਰ ਗਿਆ ਜੀ। ਜਾਏ ਸਦਨ ਮੈਂ ਪ੍ਰਾਪਤ ਭਇਓ। ਆਪਣੇ ਘਰ ਵਿੱਚ ਚਲੇ ਗਿਆ। ਸ਼੍ਰੀ ਅਰਜਨ ਕੇ ਘਰ ਕੀ ਮਾਲਾ, ਲਿਓ ਨਿਕਾਸ ਕਹਿਓ ਇਸ ਕਾਲਾ। ਲਿਆਓ ਨਿਕਾਸ ਕਹਿਓ ਇਸ ਕਾਲਾ। ਗੱਜ ਕੇ ਆਖੋ ਵਾਹ। ਘਰਦਿਆਂ ਨੂੰ ਕਹਿਣ ਲੱਗਾ ਉਹ ਗੁਰੂ ਅਰਜਨ ਦੇਵ ਜੀ ਦੇ ਗਲੇ ਦੀ ਜਿਹੜੀ ਮਾਲਾ ਸੀ ਨਾ ਉਹ ਮੈਨੂੰ ਦਿਓ ਕਹਿਣ ਲੱਗਾ। ਹਾਂਜੀ। ਦਾਸ ਗਇਓ ਜਹੈ ਦਸ਼ਟ ਖਜ਼ਾਨਾ। ਜਿੱਥੇ ਦੁਸ਼ਟ ਦਾ ਖਜ਼ਾਨਾ ਪਿਆ ਹੋਇਆ ਸੀ ਨਾ ਜੀ ਚੰਦੂ ਦਾ, ਇੱਕ ਸੇਵਕ ਗਿਆ ਜੀ ਉੱਥੇ। ਹਾਂਜੀ। ਖੋਜਤ ਭਏ ਨਾ ਪ੍ਰਾਪਤ ਪਾਨਾ। ਉਹਨੇ ਬਥੇਰੀ ਮਾਲਾ ਲੱਭੀ ਪਰ ਮਾਲਾ ਲੱਭੀ ਨਹੀਂ ਜੀ। ਵੇਖੋ ਜਦੋਂ ਬੰਦਾ ਫਸਦਾ ਨਾ ਤੇ ਛੋਟੇ ਜਿਹੇ ਮੋਤੀ ਤੋਂ ਹੀ ਫਸ ਗਿਆ ਜੀ। ਕਿੰਨੀ ਹੱਥ ਚੁੱਕੀ ਸੀਗੀ ਜੀ, ਛੋਟੇ ਜਿਹੇ ਮੋਤੀ ਤੋਂ ਫਸਿਆ ਜੀ ਚੰਦੂ ਜੀ। ਹਾਂਜੀ। ਧਰੀ ਹੁਤੀ ਜਿਸ ਥਾਨ ਮਝਾਰੀ, ਤਹ ਤੇ ਮੁਖਕ ਕਾਟ ਨਿਗਾਰੀ। ਅਸਲ ਵਿੱਚ ਜਿੱਥੇ ਮਾਲਾ ਰੱਖੀ ਸੀ ਨਾ ਜੀ
ਉਹਦਾ ਜਿਹੜਾ ਧਾਗਾ ਸੀਗਾ ਉਹ ਚੂਹੇ ਨੇ ਕੁਤਰ ਦਿੱਤਾ ਸੀਗਾ ਜੀ। ਸਭ ਮੋਤੀ ਖਿਲਰ ਗਏ ਜੀ, ਕੱਚ ਦੇ ਮੋਤੀ ਸੀਗੇ ਜੀ। ਹਾਂਜੀ, ਸਭ ਮਣ ਕੇ ਫੋਰਨ ਕਰ ਡਾਰੇ। ਉਹ ਸਾਰੇ ਟੁੱਟ ਟੱਟ ਗਏ ਜੀ, ਚੀਜ਼ਾਂ ਦੇ ਹੇਠਾਂ ਆ ਕੇ ਨਾ ਜੀ ਉਹ ਮੋਤੀ ਟੁੱਟ ਗਏ, ਨਾਜ਼ੁਕ ਸੀਗੇ ਜੀ। ਪਰੀ ਕਿਰਚ ਕੁਛ ਤਹਾਂ ਨਿਹਾਰੇ। ਉੱਥੇ ਜੀ ਬਸ ਕੱਚ ਹੀ ਪਿਆ ਹੋਇਆ ਸੀਗਾ ਜੀ। ਹਾਂਜੀ, ਆਏ ਦਾਸ ਨੇ ਬਾਤ ਸੁਣਾਈ। ਉਹਦੇ ਚੰਦੂ ਦੇ ਸੇਵਕ ਨੇ ਆ ਕੇ ਚੰਦੂ ਨੂੰ ਦੱਸਿਆ ਸੋ ਮੂਖਕ ਨੇ ਕਤਰ ਗਵਾਈ। ਵੀ ਉਹ ਤੇ ਮਾਲਾ ਚੂਹੇ ਨੇ ਬਰਬਾਦ ਹੀ ਕਰ ਦਿੱਤੀ ਸਾਰੀ, ਉਹ ਤੇ ਮਾਲਾ ਲੱਭਣੀ ਨਹੀਂ ਹੁਣ ਸਾਨੂੰ। ਹਾਂਜੀ, ਸਾਬਤ ਮਣਕਾ ਏਕ ਨਾ ਰਹਿਓ। ਕਹਿੰਦਾ ਇੱਕ ਹੀ ਮਣਕਾ ਸਾਬਤ ਹੋਵੇ, ਇਹਦੀ ਮਾੜੀ ਕਿਸਮਤ ਚੰਦੂ ਦੀ। ਉਹ ਕਹਿੰਦਾ ਇੱਕ ਵੀ ਮਣਕਾ ਸਾਬਤ ਨਹੀਂ ਹੈਗਾ, ਗੱਜ ਕੇ ਆਖੋ ਕਿਸਮਤ ਮਾੜੀ ਜੀ। ਹਾਂਜੀ, ਖੋਦੀ ਖੁੱਡ ਨਹਿ ਕੈਸੇ ਲਹਿਓ। ਕਹਿਣ ਲੱਗਾ ਕਿ ਲੱਗਦਾ ਜਿਵੇਂ ਚੂਹਾ ਖੁੱਡ ਚ ਲੈ ਗਿਆ ਹੋਵੇ। ਖੁੱਡ ਵੀ ਖੋਦੀ ਹੈ, ਖੁੱਡ ਚੋਂ ਵੀ ਲੱਭੇ ਆ, ਪਰ ਇੱਕ ਵੀ ਮਣਕਾ ਇੱਕ ਵੀ ਮੋਤੀ ਨਹੀਂ ਲੱਭਾ। ਸੁਨ ਚੰਦੂ ਕੈ ਚਿੰਤ ਬਿਸਾਲਾ। ਬਸ ਫਿਰ ਕੀ ਸੀਗਾ, ਸੰਗਤ ਜੀ ਚੰਦੂ ਨੂੰ ਚਿੰਤਾ ਲੱਗ ਗਈ। ਕਹਿਤੇ ਪ੍ਰਾਪਤ ਹੋਏ ਕਿਸ ਕਾਲਾ। ਹੁਣ ਮੈਂ ਇਸ ਸਮੇਂ ਉਹੋ ਜਿਹਾ ਮਣਕਾ ਕਿੱਥੋਂ ਲੈ ਕੇ ਆਵਾਂ। ਹਾਂਜੀ, ਮਣਕਾ ਇੱਕ ਦਿਨੋਂ ਕਰ ਆਇਓ। ਹਾਂ। ਲਖੈ ਸ਼ਾਹ ਇਨ ਕੂਰ ਅਲਾਇਓ। ਆਖੋ ਮੈਂ ਬਾਦਸ਼ਾਹ ਨੂੰ ਮੈਂ ਕਿਹਾ ਸੀ ਮਾਲਾ ਹੀ ਲੈ ਜਾਣੀ, ਇੱਕ ਮਣਕਾ ਲੈ ਲਿਓ, ਪਰ ਹੁਣ ਬਾਦਸ਼ਾਹ ਸਮਝੇਗਾ ਵੀ ਮੈਂ ਝੂਠ ਬੋਲਦਾ ਹਾਂ। ਚੇਤਾ ਰੱਖਿਓ, ਛਲੀ ਬੰਦਾ, ਕਪਟੀ ਬੰਦਾ ਸੱਚ ਵੀ ਬੋਲਦਾ ਹੋਵੇ ਨਾ ਤੇ ਉਹਦਾ ਸੱਚ ਵੀ ਇੱਕ ਦਿਨ ਲੋਕਾਂ ਨੂੰ ਝੂਠ ਹੀ ਲੱਗਦਾ ਹੈ। ਫਾਸੀ ਇਸ ਤਰੀਕੇ ਨਾਲ ਜਾਂਦਾ, ਉਹ ਲੋਕ ਕਹਿੰਦੇ ਨਹੀਂ ਇਹ ਝੂਠ ਹੀ ਬੋਲਦਾ ਹੋਏਗਾ। ਹਾਂਜੀ, ਬਿਗਰ ਨਾ ਜਾਏ ਬਾਰਤਾ ਮੇਰੀ। ਹਾਂਜੀ। ਪਠੇ ਬਾਜ਼ਾਰ ਦਾਸ ਤਿਸਬੇਰੀ। ਉਹ ਕਹਿੰਦਾ ਕਿਤੇ ਗੱਲ ਹੀ ਨਾ ਵਿਗੜ ਜੇ। ਉਹਨੇ ਉਸੇ ਵੇਲੇ ਆਪਣੇ ਸੇਵਕ ਨੌਕਰ ਚਾਕਰ ਬਾਜ਼ਾਰ ਭੇਜੇ ਜੀ। ਧਨੀ ਬਨਕ ਗਨ ਨਿਕਟ ਬੁਲਾਏ। ਅਮੀਰ ਬਾਣੀਏ ਉਸੇ ਵੇਲੇ ਚੰਦੂ ਨੇ ਆਪਣੇ ਕੋਲ ਸੱਦ ਲਏ। ਦੇਹੋ ਮਨ ਕਾ ਮੁੱਲ ਲਿਹੋ ਮਨ ਭਾਏ। ਕਹਿੰਦਾ ਮਣਕਾ ਚਾਹੀਦਾ, ਮਣਕੇ ਲੈ ਕੇ ਆਓ। ਉਹਦੇ ਚੋਂ ਜਿਹੜਾ ਮਣਕਾ ਮੈਨੂੰ ਚੰਗਾ ਲੱਗੇਗਾ ਉਹ ਮੈਂ ਲਵਾਂਗਾ, ਜਿੰਨਾ ਮੁੱਲ ਕਹੋਗੇ ਤੁਹਾਨੂੰ ਦਵਾਂਗਾ। ਹਾਂਜੀ, ਦਿੱਲੀਪੁਰ ਮੈਂ ਨਰਗਨ ਫੇਰੇ। ਦਿੱਲੀ ਸ਼ਹਿਰ ਦੇ ਵਿੱਚ ਬੜਾ ਦਿੱਲੀ ਗੜ੍ਹ ਸੀਗਾ ਉਸ ਸਮੇਂ ਵੀ ਤੇ ਹੁਣ ਵੀ, ਬੜੇ ਬੰਦੇ ਫੇਰੇ ਜੀ। ਹਾਂਜੀ, ਆਨ ਆਨ ਕੇ ਤਿਕ ਤਹ ਹੇਰੇ। ਕਈ ਮਣਕੇ ਲਿਆ ਕੇ ਉਹਨਾਂ ਨੇ ਬਾਦਸ਼ਾਹ ਵਾਹਿਗੁਰੂ ਚੰਦੂ ਦੁਸ਼ਟ ਨੂੰ ਵਿਖਾਏ ਜੀ। ਗੁਰੂ ਸਿਮਰ ਨੇ ਸਮ ਨਹਿ ਪਾਵੈ। ਪਰ ਉਹ ਜਿਹੜਾ ਮਹਾਰਾਜ ਦੀ ਮਾਲਾ ਵਰਗਾ ਮੋਤੀ ਸੀ ਨਾ ਉਹ ਨਹੀਂ ਮਿਲਿਆ ਜੀ। ਗੱਜ ਕੇ ਆਖੋ ਹਾਂਜੀ। ਕਰਹਿ ਸ਼ੀਘਰਤਾ ਬਹੁਰ ਉਹ ਪਠਾਵੈ। ਛੇਤੀ ਨਾਲ ਬੰਦੇ ਭੇਜਦਾ, ਛੇਤੀ ਜਾਓ, ਇਹੋ ਜਿਹੇ ਹੋਰ ਲੈ ਕੇ ਆਓ। ਧਨੀ ਨਰਨ ਕੈ ਨਿਕਟ ਸਿਧਾਰੈ। ਘਰ ਜ਼ਵਾਹਰੀ ਫਿਰਤ ਨਿਹਾਰੈ। ਬੜੇ ਬੜੇ ਜੌਹਰੀਆਂ ਦੇ ਕੋਲ ਵੀ ਜਾਂਦੇ ਆ, ਅਮੀਰ ਬੰਦਿਆਂ ਕੋਲ ਵੀ ਜਾਂਦੇ, ਉਹਨਾਂ ਨੂੰ ਪੁੱਛਦੇ ਵੀ ਤੁਹਾਡੇ ਘਰ 'ਚ ਕੋਈ ਮਾਲਾ ਹੈਗੀ ਤਾਂ ਦੇ ਦਿਓ। ਹਾਂਜੀ, ਜਹ ਕਹਿ ਧਾਏ ਥੱਕੇ ਨਰ ਬ੍ਰਿੰਦ। ਬੰਦੇ ਦੌੜ ਦੌੜ ਕੇ ਜਾ ਕੇ ਸੰਗਤ ਜੀ ਥੱਕ ਗਏ, ਪਰ ਮੋਤੀ ਨਹੀਂ ਮਿਲਿਆ ਉਹੋ ਜਿਹਾ ਜੀ। ਹਾਂਜੀ, ਕਿਤੋਂ ਨਾ ਪ੍ਰਾਪਤ ਤਿਨ ਮਾਨਿੰਦ। ਉਹੋ ਜਿਹਾ ਮਣਕਾ ਕਿਤੋਂ ਵੀ ਨਾ ਮਿਲਿਆ ਜੀ। ਹਾਂਜੀ, ਭਾਇਓ ਸ਼ਾਹ ਕੋ ਸ਼ੋਕ ਬਿਸਾਲਾ। ਚੰਦੂ ਨੂੰ ਫਿਰ ਸ਼ੌਕ ਲੱਗ ਗਿਆ ਜੀ ਵੀ ਹੁਣ ਮੈਂ ਮਰਿਆ ਹੀ ਮਰਿਆ। ਹਾਂਜੀ, ਕਰਤ ਪ੍ਰਤੀਖਨ ਭਾ ਚਿਰ ਕਾਲਾ। ਉਧਰ ਬਾਦਸ਼ਾਹ ਜਿਹੜਾ ਉਹ ਵੀ ਸ਼ੌਕ ਨਾਲ ਬੈਠਾ ਹੈ, ਅਫਸੋਸ ਲੱਗਾ ਵੀ ਚੰਦੂ ਦਾ ਮਨ ਮੈੜਾ ਹੋ ਗਿਆ, ਇੱਕ ਮੋਤੀ ਤੇ ਮਾਲਾ ਹੀ ਨਹੀਂ ਲੈ ਕੇ ਆਇਆ। ਹਾਂਜੀ, ਪਠਿਓ ਅਪਰ ਨਰ ਲਿਆਓ ਹਕਾਰੀ। ਉਹਨੇ ਬੰਦੇ ਭੇਜੇ ਵੀ ਜਾਓ ਚੰਦੂ ਨੂੰ ਸੱਦੋ। ਜਹਾਂਗੀਰ ਨੇ ਬੰਦੇ ਭੇਜੇ। ਕਿਮ ਚੰਦੂ ਕਹੋ ਲਾਗ ਅਗਵਾਈ। ਚੰਦੂ ਨੂੰ ਬੁਲਾ ਕੇ ਲਿਆਵੋ। ਚੰਦੂ ਨੇ ਦੇਰ ਹੀ ਬੜੀ ਲਾ ਦਿੱਤੀ ਆਉਣ ਲੱਗਿਆ। ਅਬ ਲੋ ਕਿਉਂ ਨਹਿ ਆਵਨ ਕੀਓ। ਹੁਣ ਤੱਕ ਚੰਦੂ ਮਾਲਾ ਲੈ ਕੇ ਹੀ ਨਹੀਂ ਆਇਆ। ਹਾਂਜੀ, ਕਿਉਂ ਨਾ ਸਦਨ ਤੇ ਲਿਆਵਤ ਭਇਓ। ਕਿਉਂ ਨਹੀਂ ਆਪਣੇ ਘਰੋਂ ਮਾਲਾ ਲੈ ਕੇ ਆਇਆ। ਗਇਓ ਦੌਰ ਤਿਸ ਕੀਰ ਅਵਾਸੇ। ਤੇ ਫਿਰ ਨੌਕਰ ਦੌੜ ਕੇ ਚੰਦੂ ਦੇ ਘਰ ਗਏ। ਕਹਿਓ ਸ਼ਾਹ ਸੋ ਕੀਨ ਪ੍ਰਕਾਸ਼ੇ। ਜੋ ਬਾਦਸ਼ਾਹ ਨੇ ਕਿਹਾ
ਉਹ ਚੰਦੂ ਨੂੰ ਦੱਸਿਆ, ਕਰਤ ਸ਼ੀਘਰਤਾ ਨਿਕਟ ਹਕਾਰਤ। ਕਹਿੰਦੇ ਛੇਤੀ ਕਰੋ, ਬਾਦਸ਼ਾਹ ਤੁਹਾਨੂੰ ਬੁਲਾ ਰਿਹਾ ਹੈ। ਤੁਮ ਕਿਮ ਬੈਠੇ ਚਿੰਤ ਨਾ ਧਾਰਤ। ਤੁਸੀਂ ਬੜੇ ਆਰਾਮ ਨਾਲ ਬੈਠੇ ਜੇ, ਤੁਹਾਨੂੰ ਚਿੰਤਾ ਹੀ ਨਹੀਂ, ਤੁਹਾਨੂੰ ਬਾਦਸ਼ਾਹ ਸੱਦ ਰਿਹਾ। ਹੁਣ ਇਹਦੇ ਤੋਂ ਅੱਗੇ ਫਿਰ ਜੋ ਹੋਏਗਾ ਕੱਲ ਨੂੰ ਸੁਣਾਂਗੇ। ਫਸ ਗਿਆ ਜੀ। ਫਿਰ ਬੇਨਤੀ, ਝੂਠਾ ਬੰਦਾ ਸੱਚ ਵੀ ਬੋਲੇ, ਉਹਨੂੰ ਸੱਚ ਆਪਣੇ ਤੇ ਵੀ ਭਰੋਸਾ ਨਹੀਂ ਹੁੰਦਾ ਜੀ। ਹੁਣ ਇਹਨੂੰ ਇਹੋ ਹੀ ਹੈ ਵੀ ਬਾਦਸ਼ਾਹ ਨੇ ਮੇਰੀ ਸੱਚੀ ਗੱਲ ਵੀ ਨਹੀਂ ਮੰਨੀ, ਤੇ ਬਾਦਸ਼ਾਹ ਨੂੰ ਗੁੱਸਾ ਚੜ੍ਹਨਾ ਨਹੀਂ ਇਹਦੇ ਤੇ। ਜਿਸ ਬਾਦਸ਼ਾਹ ਦੀ ਖੁਸ਼ਾਮਦ ਕਰਦਾ ਸੀ, ਉਸੇ ਬਾਦਸ਼ਾਹ ਨੂੰ ਚੰਦੂ ਤੇ ਗੁੱਸਾ ਚੜ ਜਾਣਾ ਜੀ। ਇਹਨੂੰ ਕਹਿੰਦੇ ਕੁਦਰਤ ਦਾ ਹੇਰ ਫੇਰ ਜੀ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਅਸੀਂ ਗਰੀਬ ਜੇ ਬੰਦੇ ਹਾਂ, ਗੁਰੂ ਸਾਹਿਬ ਸਾਨੂੰ ਬਚਾ ਕੇ ਰੱਖਣ, ਮਿਹਰ ਕਰਨ, ਕਿਰਪਾ ਕਰਨ। ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਤ ਬਚਨ ਆਪ ਜੀ ਨੇ ਸਰਵਣ ਕੀਤੇ ਹਨ, ਉਹ ਇਹ ਹਨ ਕਿ ਭਾਈ ਗੁਰੂ ਘਰ ਤੇ ਸ਼ਰਧਾ ਰੱਖਣ ਵਾਲਿਆਂ ਨੂੰ ਸਾਰਾ ਕੁਝ ਮਿਲਦਾ। ਆਪਾਂ ਸ਼ਰਧਾ ਰੱਖਣੀ ਹੈ, ਭਰੋਸਾ ਰੱਖਣਾ ਹੈ। ਸਤਿਗੁਰੂ ਦੀ ਕਿਰਪਾ ਕਰਨ ਸਾਡੇ ਤੇ, ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਆਓ 2-4 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਦਾਸ ਖਿਮਾ ਮੰਗੇਗਾ। ਗੱਜ ਕੇ ਕਹੋ ਜੀ, ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਗੱਜ ਕੇ ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਕਿਰਪਾ ਕਰਨ। ਸਾਧ ਸੰਗਤ ਜੀ, ਅੱਜ ਭਾਦਰੋਂ ਸੁਦੀ ਅਸ਼ਟਮੀ ਹੈ। ਭਾਦੋਂ ਸੁਦੀ ਅਸ਼ਟਮੀ, ਭਾਦਰੋਂ ਦੇ ਮਹੀਨੇ ਦੇ ਵਿੱਚ ਸੁਦੀ ਵਾਲੇ ਜਿਹੜੇ ਦਿਨ ਹੁੰਦੇ ਆ, 8 ਸੁਦੀ ਜਿਹੜੀ ਹੁੰਦੀ ਹੈ, ਉਹਨੂੰ ਭਾਦੋਂ ਸੁਦੀ ਅਸ਼ਟਮੀ ਕਹਿੰਦੇ ਆ ਜੀ। ਤੇ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ। ਅੱਜ ਦੇ ਦਿਨ ਭਿਭੌਰ ਸਾਹਿਬ ਦੀ ਧਰਤੀ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਚੌਪਈ ਸਾਹਿਬ ਜੀ ਦੀ ਬਾਣੀ ਉਚਾਰੀ ਹੈ ਜੀ। ਚੌਪਈ ਸਾਹਿਬ ਜੀ ਦਾ ਜਿਹੜਾ ਪਾਠ ਹੈ, ਵੈਸੇ ਚੌਪਈ ਦਾ ਅਰਥ ਹੁੰਦਾ 4 ਪੰਕਤੀਆਂ। ਚੌਪਈ
ਤੇ ਭਾਈ ਦਲਬੀਰ ਸਿੰਘ ਜੀ ਮੈਨੇਜਰ ਜੀ ਸਾਡੇ ਸਰੀਰ ਤੇ ਆ ਗਏ। ਉਹ ਹਾਸ ਰਸ ਬੜਾ ਕਰਦੇ ਹੁੰਦੇ ਸੀਗੇ ਜੀ। ਤੇ ਉਹਨਾਂ ਮੈਨੂੰ ਕਹਿਣਾ ਚੌਪਈ ਦਾ ਮਤਲਬ ਪਤਾ ਕੀ ਹੈ? ਮੈਂ ਵੀ ਹੱਸ ਕੇ ਕਹਿ ਦੇਣਾ ਵੀ ਕੀ ਹੈ। ਕਹਿੰਦੇ ਜਦੋਂ ਚਾਰੋਂ ਪਾਸੋਂ ਪੈ ਜਾਏ ਨਾ ਫਿਰ ਪਾਠ ਕਰਨਾ ਚਾਹੀਦਾ ਹੈ। ਚਾਰੋਂ ਪਾਸਿਓਂ ਪੈ ਗਈ ਕਹਿੰਦੇ ਬਿਪਤਾ, ਫਿਰ ਪਾਠ ਕਰੋ। ਇਹ ਪਾਠ ਚੌਪਈ ਜਿਹੜੀ ਉਹਨੂੰ ਖੋਲ ਦਿੰਦਾ ਹੈ। ਉਹ ਸਿੱਧੇ ਸਾਧੇ ਅਰਥ ਸੀਗੇ ਉਹਨਾਂ ਦੇ, ਪਰ ਚੌਪਈ ਦਾ ਅਰਥ ਹੁੰਦਾ 4 ਪੰਕਤੀਆਂ। ਇਹ ਪਾਠ ਜਿਹੜਾ ਹੈ ਨਾ ਸਿੱਧੀਆਂ ਤੁਹਾਡੀ ਸਿੱਧੀ ਗੱਲ ਰੱਬ ਨਾਲ ਕਰਾਏਗਾ। ਆ ਬੇਨਤੀ ਸੁਣ ਲਓ, ਮੈਂ ਖਿਮਾ ਮੰਗਣੀ। ਕੋਸ਼ਿਸ਼ ਕਰਿਓ ਅੱਜ ਸੁਰਤ ਟਿਕਾ ਕੇ ਸ੍ਰੀ ਚੌਪਈ ਸਾਹਿਬ ਜੀ ਦਾ ਭਾਵੇਂ ਇੱਕ ਹੀ ਪਾਠ ਕਰੋ ਜ਼ਰੂਰ। ਚੌਪਈ ਸਾਹਿਬ ਦਾ ਪਾਠ ਸਿੱਧੀ ਗੱਲ ਤੁਹਾਡੀ ਰੱਬ ਨਾਲ ਕਰਾਏਗਾ ਜੇ ਤੁਹਾਨੂੰ ਕਰਨ ਦੀ ਜਾਚ ਹੋਵੇ। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਵੇ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ। ਤਬ ਚਰਨਨ ਕਿਹਦੀ ਗੱਲ ਹੈ? ਪਰਮੇਸ਼ਰ ਦੀ ਗੱਲ ਹੈ ਜੀ। ਹਮਰੀ ਕਰੋ ਹਾਥ ਦਾ ਰੱਛਾ ਕਿਹਨੂੰ ਕਿਹਾ? ਪਰਮੇਸ਼ਰ ਨੇ ਕਿਹਾ। ਲਗਭਗ ਜਿੰਨੀਆਂ ਪੰਕਤੀਆਂ ਚੌਪਈ ਸਾਹਿਬ ਜੀ ਦੇ ਪਾਠ ਵਿੱਚ ਹਨ ਸਾਰੀਆਂ ਹੀ ਪਰਮੇਸ਼ਰ ਨਾਲ ਗੱਲਾਂ ਨੇ। ਸਾਰੀ ਬਾਣੀ ਪਰਮੇਸ਼ਰ ਨਾਲ ਗੱਲ ਹੈ। ਚੁੰਨ ਚੁੰਨ ਸਤਰ ਹਮਾਰੇ ਮਾਰੀਏ, ਰੱਬ ਨਾਲ ਗੱਲ ਹੈ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਗਲ ਮਲੇਚ ਕਰੋ ਰਣ ਘਾਤਾ। ਸਿੱਧੀ ਗੱਲ ਰੱਬ ਨਾਲ ਹੋਵੇਗੀ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੇ ਲਿਹੋ ਗੁਹਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਇੱਕ ਪੰਕਤੀ ਸਿੱਧੀ ਰੱਬ ਨਾਲ ਗੱਲ ਹੈਗੀ ਹੈ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਦਇਆ ਕਰਨ। ਕਿਉਂਕਿ ਮਨ ਜਿਹੜਾ ਨਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਰੋਂ ਮਨ ਜ਼ਿਆਦਾ ਟਿਕਦਾ ਹੈ ਜੀ। ਤੇ ਮੈਨੂੰ ਇੱਕ ਗੁਰਮੁਖ ਕਹਿਣ ਲੱਗਾ, ਕਹਿੰਦਾ ਭਾਈ ਮੇਰਾ ਤੇ ਮਨ ਹੀ ਅਰਦਾਸ 'ਚ ਜੁੜਦਾ, ਪਾਠ 'ਚ ਤੇ ਜੁੜਦਾ ਹੀ ਨਹੀਂ। ਮੈਂ ਕਿਹਾ ਕਿਉਂ? ਕਹਿੰਦਾ ਉਦੋਂ ਆਪਣੀਆਂ ਗੱਲਾਂ ਜੋ ਕਰਨੀਆਂ ਹੁੰਦੀਆਂ ਗੁਰੂ ਸਾਹਿਬ ਨਾਲ, ਪਾਠ 'ਚ ਨਹੀਂ ਟਿਕਦਾ, ਅਰਦਾਸ 'ਚ ਟਿਕਦਾ। ਉਹ ਵੀ ਉਹ ਜਿਹੜੀ ਮੈਂ ਨਿੱਜੀ ਕਰਦਾ, ਹੈ ਨਿਮਾਣਿਆਂ ਤੋਂ ਮਾਣ ਵਾਲੀ, ਕਹਿੰਦਾ ਉਸ ਤੋਂ ਬਾਅਦ ਚੌਪਈ ਸਾਹਿਬ ਵੀ ਸਾਰੀ ਅਰਦਾਸ ਹੀ ਹੈਗੀ ਹੈ ਜੀ। ਕਬਿਓ ਬਾਚ ਬੇਨਤੀ, ਇਹ ਬੇਨਤੀ ਹੈ। ਅੱਜ ਜ਼ਰੂਰ ਭਾਵੇਂ ਇੱਕ ਹੀ ਪਾਠ ਕਰਿਓ, ਘਰ ਜਾ ਕੇ ਰਸਤੇ 'ਚ ਇੱਥੇ ਯਤਨ ਕਰਿਓ ਪਾਠ ਕਰਨ ਦਾ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਜਣ ਸੱਚਾ ਪਾਤਸ਼ਾਹ